ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ। ਸ੍ਰੀ ਗੁਰੂ ਹਰਗੋਬਿੰਦ ਸੁਭ ਸਮਤ ਪ੍ਰਕਾਸਕ। ਗੁਰੂ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਾਹਿਬ ਬੁੱਢੇ ਨਿਕਟ ਤੇ ਕੁੰਕਮ ਮਲ ਕਸਾਏ। ਸੋਢੀ ਕੁਲ ਕੇ ਤਿਲਕ ਕੈ ਦੀਨੋ ਤਿਲਕ ਕਰਾਏ। ਸਾਹਿਬ ਬੁੱਢੇ ਨਿਕਟ ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਜਾਗਦੀ ਜੋਤ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਕਿਰਪਾ ਸਦਕਾ ਸਤ ਸੰਗਤ ਦਾ ਇਹ ਸੁਭਾਗ ਸਮਾਂ ਸਵਾਸਾਂ ਦੇ ਸਫਲ ਕਰਨ ਵਾਸਤੇ ਆਪਾਂ ਨੂੰ ਪ੍ਰਾਪਤ ਹੋਇਆ ਹੈ। ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦੇ ਦਰਸ਼ਨ ਵੇਖ ਕੇ ਪਟਾਂ ਨੂੰ ਸ਼ਾਂਤੀ ਆ ਗਈ ਸੀ। ਪਿਛਲੇ ਜਨਮ ਦਾ ਗਿਆਨ ਹੋਵਾਇਆ ਸੀ। ਸਤਿਗੁਰੂ ਜੀ ਦੀ ਉਸਤਤ ਵਿੱਚ ਪਟਾਂ ਨੇ ਸ਼ਬਦ ਕਹੇ ਹੈ, ਧਰਨ ਗਗਨ ਨਵਖੰਡ ਮਹਿ ਜੋਤ ਸਵਰੂਪੀ ਰਹਿਓ ਪਰ
ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਆਜ ਆਪ ਖੁਦ ਸਤਿਗੁਰੂ ਜੀ ਪ੍ਰਤੱਖ ਹਰੀ ਦਾ ਸਰੂਪ ਹਨ। ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਐਸੇ ਦੀਨ ਦਿਆਲ ਸਤਿਗੁਰੂ ਜੀ। ਹਜ਼ੂਰ ਦਾ ਸ਼ਹੀਦੀ ਗੁਰਪੁਰਬ 14 ਤਰੀਕ ਨੂੰ ਹੈ। ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮਨਾਉਂਦਿਆਂ ਹੋਇਆਂ ਸੰਗਤਾਂ ਦੀ ਇੱਛਾ ਸੀ ਮਹਾਰਾਜ ਜੀ ਦੇ ਸ਼ਹਾਦਤ ਦੀ ਕਥਾ ਸੁਣਨ ਵਾਸਤੇ ਚੂੜਾਮਣ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਹਜ਼ੂਰ ਦੀ ਸ਼ਹਾਦਤ ਦਾ ਪ੍ਰਸੰਗ ਕਹਿੰਦੇ ਹਨ। ਕੱਲ੍ਹ ਆਪਾਂ ਸਰਵਣ ਕੀਤਾ ਸੀ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਜਹਾਂਗੀਰ ਦਾਜਦੀਆ ਚੱਲ ਕੇ ਆਇਆ। ਚੰਦੂ ਨੇ ਬੜੀਆਂ ਉਸ ਨੂੰ ਸਿੱਖਿਆਵਾਂ ਸਿਖਾਈਆਂ, ਬੜੇ ਫਿੱਖੇ ਨਿਸ਼ਠੁਰ ਬੋਲ ਸਤਿਗੁਰੂ ਜੀ ਦੇ ਸਾਹਮਣੇ ਕਹਿਣ ਵਾਸਤੇ ਕਿਹਾ। ਜਦੋਂ ਦਾਜਦੀਆ ਮਹਾਰਾਜ ਜੀ ਦੇ ਕੋਲ ਚੱਲ ਕਰਕੇ ਆਇਆ ਅੰਮ੍ਰਿਤਸਰ ਸਾਹਿਬ, ਉਸ ਵਕਤ ਹਜ਼ੂਰ 68 ਥੜਾ ਸਾਹਿਬ ਦੇ ਉੱਪਰ ਮਹਾਰਾਜ ਜੀ ਸੰਗਤਾਂ ਨੂੰ ਦਰਸ਼ਨ ਦੇ ਰਹੇ ਹੈ। ਸਤਿਗੁਰੂ ਜੀ ਦੇ ਦਰਬਾਰ ਵਿੱਚ ਜਿਸ ਵਕਤ ਦਾਜਦੀਆ ਪਹੁੰਚਿਆ ਏ, ਮਹਾਰਾਜ ਜੀ ਦੇ ਦਰਸ਼ਨ ਕੀਤੇ ਹੈ, ਸਾਰੀ ਖੋਟੀ ਮੱਤ ਦਾ ਪ੍ਰਭਾਵ ਹੀ ਨਾਸ਼ ਹੋ ਗਿਆ। ਮਨ ਸ਼ਾਂਤ ਹੋ ਗਿਆ ਇਸ ਦਾਜਦੀਏ ਦਾ। ਜੋ ਕੁਝ ਬੋਲਣ ਲਈ ਸਿਖਾਇਆ ਸੀ ਚੰਦੂ ਨੇ, ਕੋਈ ਵੀ ਬੋਲ ਨਹੀਂ ਇਹ ਬੋਲ ਸਕਿਆ। ਮਨ ਇਸ ਦਾ ਬਹੁਤ ਪ੍ਰਭਾਵਿਤ ਹੋਇਆ ਮਹਾਰਾਜ ਜੀ ਦੇ ਦਿਵ ਰੂਪ ਦਾ ਦਰਸ਼ਨ ਵੇਖ ਕੇ। ਦਾਗਦੀ ਹੋਈ ਮਸਤਕ ਤੇ ਲਾਲੀ, ਨੂਰੋ ਨੂਰ ਸਤਿਗੁਰੂ ਜੀ ਦਾ ਪਵਿੱਤਰ ਮਸਤਕ, ਇਹਨੂੰ ਬਹੁਤ ਜ਼ਿਆਦਾ ਸਤਿਗੁਰੂ ਜੀ ਨਾਲ ਪਿਆਰ ਹੋ ਆਇਆ, ਮਨ ਦੇ ਅੰਦਰ ਸ਼ਰਧਾ ਹੋ ਆਈ। ਉਹ ਪਰਵਾਨਾ ਜਿਹੜਾ ਲੈ ਕੇ ਆਇਆ ਸੀ ਸਤਿਗੁਰੂ ਜੀ ਦੇ ਅੱਗੇ ਰੱਖ ਦਿੱਤਾ, ਮੱਥਾ ਟੇਕ ਕੇ ਪਿੱਛੇ ਬੈਠ ਗਿਆ। ਹਜ਼ੂਰ ਨੇ ਸਿੱਖਾਂ ਨੂੰ ਕਿਹਾ ਕਿ ਭਾਈ ਪੜ੍ਹੋ। ਜਦੋਂ ਪੜ੍ਹਿਆ ਗਿਆ, ਬਾਦਸ਼ਾਹ ਜਹਾਂਗੀਰ ਨੇ ਚੰਦੂ ਦੇ ਭੜਕਾਹਟ ਵਿੱਚ ਆ ਕਰਕੇ ਗੁਰੂ ਘਰ ਨੂੰ 2.5 ਲੱਖ ਦਾ ਹਰਜਾਨਾ ਭਰਨ ਨੂੰ ਪਰਵਾਨਾ ਭੇਜ ਦਿੱਤਾ ਹੈ। ਸਤਿਗੁਰੂ ਜੀ ਨੇ ਤੇ ਸਮੇਂ ਵਿਚਾਰਿਆ ਕਿ ਸੰਗਤ ਦੀ ਮਾਇਆ ਹੈ, ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਇੱਕ ਵੀ ਕੌਡੀ ਅਸੀਂ ਸਰਕਾਰੀ ਖਜ਼ਾਨੇ ਵਿੱਚ ਨਹੀਂ ਦਿਆਂਗੇ, ਅਜਾਈਂ ਨਹੀਂ ਗੁਰੂ ਘਰ ਦੀ ਮਾਇਆ ਜਾਣ ਦਿਆਂਗੇ। ਇਹ ਸਿੱਖਾਂ ਦੇ ਖੂਨ ਪਸੀਨੇ ਦੀ ਕਮਾਈ ਹੈ, 10 ਨੌਹਾਂ ਦੀ ਕਿਰਤ ਦੀ ਕਮਾਈ ਹੈ। ਸੱਚੇ ਪਾਤਸ਼ਾਹ ਨੇ ਦਾਜਦੀਏ ਨੂੰ ਇੱਕ ਰਾਤ ਰੋਕ ਲਿਆ ਏ। ਗਰੀਬ ਨਵਾਜ ਜੀ ਨੇ ਫਿਰ ਅਗਲੇ ਦਿਨ ਦਾਜਦੀਏ ਨੂੰ ਉੱਤਰ ਦਿੱਤਾ ਹੈ ਕਿ ਜਾਓ ਬਾਦਸ਼ਾਹ ਨੂੰ ਕਹਿਣਾ ਕਿ ਅਸੀਂ ਆਪ ਬਾਦਸ਼ਾਹ ਨੂੰ ਲਾਹੌਰ ਮਿਲਾਂਗੇ ਆ ਕਰਕੇ, ਅਤੇ ਜੋ ਕੁਝ ਵੀ ਬਾਦਸ਼ਾਹ ਚਾਹੇਗਾ ਉੱਥੇ ਫਿਰ ਅਸੀਂ ਉਸ ਨੂੰ ਦੱਸਾਂਗੇ ਕਿ ਅਸੀਂ ਹਰਜਾਨਾ ਕਿਵੇਂ ਭਰਨਾ ਹੈ। ਦਾਜਦੀਏ ਨੂੰ ਸਤਿਗੁਰਾਂ ਜਦੋਂ ਰੁਖਸਤ ਕੀਤਾ ਏ ਅਤੇ ਮਹਾਰਾਜ ਜੀ ਤੋਂ ਵਿਦਾਇਗੀ ਲੈ ਕੇ ਤੁਰਨ ਲੱਗਾ, ਇਹਦੇ ਮਨ ਵਿੱਚ ਬਹੁਤ ਪਿਆਰ ਅਤੇ ਸ਼ਰਧਾ ਭਰ ਆਈ ਹੈ। ਹਜ਼ੂਰ ਦੇ ਅੱਗੇ ਹੱਥ ਜੋੜ ਕੇ ਕਹਿੰਦਾ, ਮਹਾਰਾਜ ਇਹ ਸਾਰੀ ਕਰਤੂਤ ਚੰਦੂ ਦੀ ਹੈ, ਮਹਾਰਾਜ ਆਪ ਨਾਲ ਵੈਰ ਕਰਦਾ ਏ। ਸਤਿਗੁਰੂ ਜੀ ਉਹਨੇ ਤਾਂ ਬੜੇ ਨਿਸ਼ਠੁਰ ਬੋਲ ਬੋਲਣ ਲਈ ਮੈਨੂੰ ਕਿਹਾ ਸੀ, ਬੜੇ ਕੌੜੇ ਵਾਕ ਕਹਿਣ ਲਈ ਕਿਹਾ ਸੀ, ਪਰ ਮਹਾਰਾਜ ਆਪ ਦਾ ਪ੍ਰਭਾਵ ਵੇਖ ਕੇ ਮੇਰਾ ਮਨ ਸ਼ਾਂਤ ਹੋ ਗਿਆ ਏ, ਮੈਂ ਬੋਲ ਨਹੀਂ ਸਕਿਆ ਆਪ ਦੇ ਹਜ਼ੂਰ। ਸਤਿਗੁਰੂ ਜੀ ਬੇਨਤੀ ਹੈ ਆਪ ਚੰਦੂ ਦੇ ਪੱਖ ਤੋਂ ਸਾਵਧਾਨ ਰਹਿਣਾ। ਮਹਾਰਾਜ ਜੀ ਮੁਸਕਰਾ ਪਏ। ਹਜ਼ੂਰ ਕਹਿੰਦੇ ਹੈ ਕਿ ਜਿਹੜਾ ਸਾਡੇ ਨਾਲ ਗੁਰੂ ਘਰ ਨਾਲ ਵੈਰ ਕਰੇਗਾ ਉਹ ਆਪ ਹੀ ਗਲ ਜਾਵੇਗਾ, ਤੂੰ ਭਾਈ ਕੋਈ ਫਿਕਰ ਨਾ ਕਰ।
ਮਹਾਰਾਜ ਸਰੂਪਾਓ ਦਵਾਇਆ ਤੇ ਐਦੀਏ ਨੂੰ ਰੁਖਸਤ ਕਰ ਦਿੱਤਾ। ਜਦੋਂ ਉਹ ਚੰਦੂ ਨੂੰ ਪਤਾ ਲੱਗਾ ਇਹ ਲਾਹੌਰ ਐਦੀਆ ਆਇਆ ਤੇ ਬਹੁਤ ਇਹਨੇ ਬਾਦਸ਼ਾਹ ਦੇ ਕੰਨ ਭਰੇ। ਜਹਾਂਗੀਰ ਨੇ ਕਿਹਾ ਕਿ ਥੋੜ੍ਹੇ ਦਿਨ ਰੁਕ ਜਾ, ਜਦੋਂ ਇਹ ਕੋਈ ਨਾ ਹੀ ਜਵਾਬ ਆਵੇਗਾ ਤਾਂ ਫਿਰ ਅਸੀਂ ਕੋਈ ਕਾਰਵਾਈ ਕਰਾਂਗੇ। ਇਹ ਕਹਿ ਕੇ ਜਹਾਂਗੀਰ ਨੇ ਚੰਦੂ ਨੂੰ ਥੋੜ੍ਹੇ ਦਿਨਾਂ ਲਈ ਰੋਕ ਦਿੱਤਾ। ਇੱਧਰ ਸਤਿਗੁਰੂ ਜੀ ਅੰਤਰਜਾਮੀ ਗਰੀਬ ਨਵਾਜ ਸ਼ਹਾਦਤ ਦਾ ਸਮਾਂ ਨੇੜੇ ਆਇਆ ਜਾਣ ਕੇ ਮਹਾਰਾਜ ਜੀ ਜਿਹੜੀਆਂ ਕੋਈ ਜ਼ਰੂਰੀ ਜ਼ਿੰਮੇਵਾਰੀਆਂ ਸਨ ਉਹ ਸਤਿਗੁਰੂ ਜੀ ਨਿਭਾਉਣ ਲੱਗ ਪਏ। ਹਜ਼ੂਰ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਸੱਦਿਆ ਏ ਕੋਠਾ ਸਾਹਿਬ ਵਾਲੇ ਅਸਥਾਨ 'ਤੇ। ਭਾਈ ਗੁਰਦਾਸ ਸਾਹਿਬ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਪਹਿਲਾਂ ਇਹਨਾਂ ਦੋਵੇਂ ਮੁਖੀ ਸਿੱਖਾਂ ਦੀ ਮਹਾਰਾਜ ਨੇ ਰਾਏ ਲਈ ਹੈ। ਕਿਹਾ ਬਾਬਾ ਬੁੱਢਾ ਸਾਹਿਬ ਜੀ ਸਾਡੇ ਸਾਹਿਬਜ਼ਾਦੇ ਗੁਰਿਆਈ ਦੇ ਯੋਗ ਹਨ। ਬਾਬਾ ਬੁੱਢਾ ਸਾਹਿਬ ਨੇ ਹੱਥ ਜੋੜ ਕੇ ਬੜੀ ਨਿਮਰਤਾ ਸਹਿਤ ਆਖਿਆ, ਮਹਾਰਾਜ ਆਪ ਦੀ ਜੋਤ ਨੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ, ਇਹਨਾਂ ਨੇ ਹੀ ਆਉਣ ਵਾਲੇ ਸਮੇਂ ਦੇ ਅੰਦਰ ਜ਼ੁਲਮ ਨੂੰ ਨਾਸ਼ ਕਰਕੇ ਧਰਮ ਨੂੰ ਸਥਾਪਿਤ ਕਰਨਾ ਹੈ। ਸੁਣ ਕੇ ਭਾਈ ਗੁਰਦਾਸ ਸਾਹਿਬ ਨੇ ਆਖਿਆ, ਬਾਬਾ ਬੁੱਢਾ ਸਾਹਿਬ ਜੀ ਆਪ ਦੇ ਵਾਕ ਤਾਂ ਬ੍ਰਹਮ ਅਸਤਰ ਦੀ ਤਰ੍ਹਾਂ ਅਚੂਕ ਹਨ। ਤੋ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹੀ ਮਹਾਰਾਜ ਗੁਰਤਾ ਗੱਦੀ ਦਾ ਭਾਰ ਉਠਾਉਣਗੇ। ਗੁਰੂ ਮਹਾਰਾਜ ਜੀ ਨੇ ਫਿਰ ਉਸੇ ਸਮੇਂ ਮਹਾਰਾਜ 5 ਪੈਸੇ ਨਾਰੀਅਲ ਮਹਾਰਾਜ ਮੰਗਾ ਕੇ ਭੇਟ ਕਰਕੇ ਗੁਰੂ ਹਰਗੋਬਿੰਦ ਸਾਹਿਬ ਦੇ ਅੱਗੇ ਮਹਾਰਾਜ ਨੇ ਮੱਥਾ ਟੇਕਿਆ ਪਰਿਕਰਮਾ ਕਰਕੇ। ਆਖਿਆ ਬਾਬਾ ਬੁੱਢਾ ਸਾਹਿਬ ਜੀ ਜਿਹੜੀ ਗੁਰੂ ਘਰ ਦੀ ਰੀਤੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਸਮੇਂ ਤੋਂ ਤੁਸੀਂ ਕਰਦੇ ਹੋ ਉਹ ਰੀਤ ਕਰਨਾ ਕਰੋ, ਮਸਤਕ ਤੇ ਤਿਲਕ ਦਿਓ। ਬਾਬਾ ਬੁੱਢਾ ਸਾਹਿਬ ਜੀ ਬੜੇ ਅਚਰਜ ਹੋ ਕੇ ਕਹਿਣ ਲੱਗੇ, ਮਹਾਰਾਜ ਵੱਡੇ ਸਤਿਗੁਰੂ ਤਾਂ ਜਦੋਂ ਜੋਤੀ ਜੋਤ ਸਮਾਉਣ ਲੱਗਦੇ ਉਦੋਂ ਇਹ ਕਾਰਜ ਕਰਦੇ। ਹਜ਼ੂਰ ਇਸ ਸੰਸਾਰ ਦੇ ਅੰਦਰ ਸਿੱਖਾਂ ਦਾ ਤਾਂ ਆਸਰਾ ਕੇਵਲ ਤੁਸੀਂ ਹੋ ਮਹਾਰਾਜ। ਆਪਣੇ ਸਰੀਰ ਨੂੰ ਸੱਚੇ ਪਾਤਸ਼ਾਹ ਕਿਰਪਾ ਕਰੋ, ਆਪ ਰੱਖਣਾ ਕਰੋ। ਜੀਆਂ ਦੇ ਭਲੇ ਲਈ ਮਹਾਰਾਜ ਆਪ ਨੇ ਅਵਤਾਰ ਧਾਰਿਆ ਏ। ਹਜ਼ੂਰ ਨੇ ਕਿਹਾ ਬਾਬਾ ਬੁੱਢਾ ਸਾਹਿਬ ਜੀ ਸਾਡੇ ਹੁਣ ਇਸ ਸਰੀਰ ਦਾ ਅੰਤ ਦਾ ਸਮਾਂ ਆ ਗਿਆ ਏ, ਤੁਸੀਂ ਸਭ ਕੁਝ ਜਾਣਦੇ ਹੋ। ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਦਾ ਬਚਨ ਸੁਣ ਕੇ ਚੁੱਪ ਹੋ ਗਏ। ਅੱਗੋਂ ਕੋਈ ਉੱਤਰ ਨਹੀਂ ਦਿੱਤਾ ਏ। ਤੇ ਜਿਵੇਂ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਸਤਕ ਤੇ ਬਾਬਾ ਬੁੱਢਾ ਸਾਹਿਬ ਜੀ ਤਿਲਕ ਦਿੰਦੇ ਐ, ਕੋਠਾ ਸਾਹਿਬ ਵਾਲੇ ਅਸਥਾਨ ਤੇ ਮਹਾਰਾਜ ਜੀ ਨੇ ਇਹ ਮਰਿਆਦਾ ਗਰੀਬ ਨਵਾਜ ਜੀ ਨੇ ਨਿਭਾਈ ਹੈ ਆਪ। ਉਹ ਅੱਗੇ ਜਿਵੇਂ ਪ੍ਰਸੰਗ ਆ ਰਿਹਾ ਹੈ, ਆਓ ਪਿਆਰ ਨਾਲ ਸਰਵਣ ਕਰੀਏ। ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਾਹਿਬ ਬੁੱਢੇ ਨਿਕਟ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਤੇ ਸਮੇਂ ਹੱਥਾਂ ਤੋਂ ਕੁੰਕਮ ਮਲ ਘਸਾਏ। ਕੁੰਕਮ ਕੇਸਰ ਤੇ ਮਾਲਿਆ ਚੰਦਨ ਜਿਹੜਾ ਸੀ ਇਹ ਘਸਾਉਣਾ ਕੀਤਾ। ਸੋਢੀ ਕੁਲ ਕੇ ਤਿਲਕ ਕੈ। ਸੋਢੀਆਂ ਦੀ ਕੁਲ ਦੇ ਜਿਹੜੇ ਸਿਰਮੌਰ ਹਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਉਹਨਾਂ ਦੇ ਮਸਤਕ ਤੇ ਤਿਲਕ ਦੇਣਾ ਕੀਤਾ। ਤੀਨੋਂ ਤਿਲਕ ਕਰਾਏ। ਤੇ ਸਮੇਂ ਤਿਲਕ ਜਿਹੜਾ ਸੀ ਉਹ ਮਸਤਕ ਦੇ ਉੱਤੇ ਕਰਨਾ ਕੀਤਾ, ਭਾਵ ਦੇਣਾ ਕੀਤਾ। ਚਾਉ ਪਈ ਰੱਖੋ ਗੋਪ ਨਹੀਂ ਬਿਦਤਾਵੋ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਆ ਬਾਬਾ ਬੁੱਢਾ ਸਾਹਿਬ ਨੂੰ, ਭਾਈ ਗੁਰਦਾਸ ਸਾਹਿਬ ਨੂੰ, ਕਿ ਇਹ ਜੋ ਅਸੀਂ ਸਾਰੀ ਮਰਿਆਦਾ ਕੀਤੀ ਹੈ, ਗੁਰਿਆਈ ਸੌਂਪੀ ਹੈ, ਇਹਨੂੰ ਬਾਬਾ ਬੁੱਢਾ ਸਾਹਿਬ ਜੀ ਅਜੇ ਗੁਪਤ ਰੱਖਣਾ ਕਰਿਓ,
ਪ੍ਰਗਟ ਨਾ ਕਰਨਾ ਕਰਿਓ। ਸਭ ਸੰਗਤ ਕੋ ਸੀਖ ਸਿਖਾਵੋ। ਸਾਰੀ ਹੀ ਸੰਗਤ ਨੂੰ ਸ਼ੁਭ ਸਿੱਖਿਆ ਜਿਹੜੀ ਆ ਉਹ ਸਿਖਾਉਣਾ ਕਰੋ। ਮਮ ਸਰੂਪ ਸ੍ਰੀ ਹਰਗੋਬਿੰਦ। ਸਾਡਾ ਪ੍ਰਤੱਖ ਸਰੂਪ ਹਨ ਗੁਰੂ ਹਰਗੋਬਿੰਦ ਸਾਹਿਬ। ਜੋ ਜਾਣਹਿ ਸੋ ਲਹੈ ਆਨੰਦ। ਜਿਹੜਾ ਇਸ ਗੱਲ ਨੂੰ ਜਾਣੇਗਾ ਉਹ ਆਨੰਦ ਤੇ ਸੁਖ ਪ੍ਰਾਪਤ ਕਰੇਗਾ। ਹਮ ਪੀਛੈ ਦੀਜਹਿ ਦਸਤਾਰ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਸਾਡੀ ਸ਼ਹਾਦਤ ਹੋਵੇਗੀ ਨਾ, ਉਦੋਂ ਸਾਡੀ ਸ਼ਹਾਦਤ ਤੋਂ ਬਾਅਦ ਸਾਡੇ ਸਾਹਿਬਜ਼ਾਦੇ ਨੂੰ ਸੰਗਤ ਦੇ ਇਕੱਠ ਵਿੱਚ ਮਹਾਰਾਜ ਕਹਿੰਦੇ ਦਸਤਾਰ ਸਜਾਉਣਾ ਕਰਿਓ। ਸਭ ਬਿਦ ਕਰੋ ਮੰਗਲਾਚਾਰ। ਹਰ ਤਰੀਕੇ ਨਾਲ ਮੰਗਲਾਚਾਰ ਖੁਸ਼ੀਆਂ ਤੇ ਸਮੇਂ ਕਰਨਾ ਕਰਿਓ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਬਾਬਾ ਬੁੱਢਾ ਸਾਹਿਬ ਨੂੰ ਆਗਿਆ ਕਰ ਰਹੇ ਹੈ। ਸਰਬ ਮਸੰਦ ਸੰਗਤਾ ਸਾਰੀ। ਸਾਰੇ ਹੀ ਮਸੰਦ ਅਤੇ ਸਾਰੀਆਂ ਜੋ ਸੰਗਤਾਂ ਹਨ। ਲਿਖੋ ਹੁਕਮ ਸਭ ਲੇਹੋ ਹਕਾਰੀ। ਬਾਬਾ ਬੁੱਢਾ ਸਾਹਿਬ ਜੀ ਨੂੰ ਮਹਾਰਾਜ ਕਹਿੰਦੇ ਹੈ ਕਿ ਹੁਕਮਨਾਮੇ ਸਾਹਿਬ ਲਿਖ ਕਰਕੇ ਸਾਰੀਆਂ ਸੰਗਤਾਂ ਨੂੰ ਸਾਰੇ ਮਸੰਦਾਂ ਨੂੰ ਬੁਲਾ ਲੈਣਾ ਕਰਿਓ। ਚਹੁ ਦਿਸ਼ ਕੋ ਹੋਏ ਮੇਲ ਵਿਸਾਲਾ। ਚੌਹਾਂ ਦਿਸ਼ਾਂ ਦਾ ਉੱਤਰ ਦੱਖਣ ਪੂਰਬ ਪੱਛਮ ਇਹ ਚੌਹਾਂ ਦਿਸ਼ਾਵਾਂ 'ਚ ਵਸਦੀ ਹੋਈ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਦਾ ਭਾਰੀ ਮੇਲ ਜਿਹੜਾ ਹੈ ਉਹ ਹੋਵੇ। ਬੜਾ ਇਕੱਠ ਕਰਨਾ ਕਰਿਓ। ਤਖਤ ਬਿਠਾਵੋ ਤੁਮ ਤਿਸ ਕਾਲਾ। ਤੇ ਸਮੇਂ ਫਿਰ ਜਦੋਂ ਸਾਡੀ ਸ਼ਹਾਦਤ ਤੋਂ ਉਪਰੰਤ ਤਖਤ ਦੇ ਉੱਪਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬਿਠਾਉਣਾ ਕਰਿਓ। ਨਿਜ ਸਹਾਇਤਾ ਚਾਹੇ ਨਾ ਧਰੈ। ਇਹ ਆਪਣੀ ਸਹਾਇਤਾ ਦੀ ਚਾਹ ਇੱਛਾ ਨਹੀਂ ਧਾਰਨਗੇ। ਇਹਨਾਂ ਨੂੰ ਕਿਸੇ ਦੀ ਸਹਾਇਤਾ ਦੀ ਕੋਈ ਲੋੜ ਨਹੀਂ ਹੈ। ਅਪਰਨ ਕੀ ਸਹਾਏ ਇਹ ਕਰੈ। ਹੋਰਨਾਂ ਦੀ ਸਗੋਂ ਇਹ ਸਹਾਇਤਾ ਕਰਿਆ ਕਰਨਗੇ। ਜਿਹਨੂੰ ਵੀ ਕਿਸੇ ਨੂੰ ਸਹਾਇਤਾ ਦੀ ਲੋੜ ਹੋਵੇਗੀ ਉਹਦੀ ਸਹਾਇਤਾ ਇਹ ਕਰਨਗੇ ਲੋੜਵੰਦਾਂ ਦੀ। ਇਮ ਕਹਿ ਪਰਮ ਪ੍ਰੇਮ ਕੋ ਕਰ ਮਨ। ਇਸ ਤਰ੍ਹਾਂ ਕਹਿ ਕੇ ਬੜਾ ਪ੍ਰੇਮ ਮਨ ਦੇ ਅੰਦਰ ਕਰਕੇ ਸਿੱਖਿਆ ਦੇਤ ਭਏ ਸ੍ਰੀ ਅਰਜਨ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਇਉਂ ਸਿੱਖਿਆ ਹਜੂਰ ਨੇ ਦੇਣਾ ਕੀਤੀ। ਅਹੰ ਬ੍ਰਹਮ ਇਹ ਬ੍ਰਿਤ ਔਰ ਧਰਨੀ। ਮਹਾਰਾਜ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਹਜੂਰ ਨੇ ਮਰਿਆਦਾ ਹੈ ਸਤਿਗੁਰੂ ਜੀ ਸਿੱਖਿਆ ਬਖਸ਼ਿਸ਼ ਕਰ ਰਹੇ ਆ। ਗਰੀਬ ਨਵਾਜ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਕੀ ਕਹਿੰਦੇ ਆ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹਜੂਰ ਫਰਮਾਉਂਦੇ ਹਨ। ਅਹੰ ਬ੍ਰਹਮ ਇਹ ਬ੍ਰਿਤ ਔਰ ਧਰਨੀ। ਮਹਾਰਾਜ ਕਹਿੰਦੇ ਨੇ ਅਹੰ ਬ੍ਰਹਮ ਕਿ ਸਭ ਕੁਝ ਹੀ ਮੇਰੇ ਸਮੇਤ ਬ੍ਰਹਮ ਹੀ ਹੈ। ਇਹ ਬਿਰਤੀ ਸਦਾ ਹਿਰਦੇ ਦੇ ਅੰਦਰ ਧਾਰਨ ਕਰਨੀ ਵਾਹਿਗੁਰੂ ਤੋਂ ਬਿਨਾ ਕੁਝ ਵੀ ਨਹੀਂ ਹੈ। ਵਹਿਰ ਕਿਰਿਆ ਭਗਤਨ ਕੀ ਕਰਨੀ। ਪਰ ਜਿਹੜੀ ਬਾਹਰੀ ਪ੍ਰਕਿਰਿਆ ਨਾ ਇਹ ਭਾਵ ਭਗਤੀ ਦੀ ਮਹਾਰਾਜ ਕਹਿੰਦੇ ਕਰਨੀ ਹੈ। ਸਦਾ ਹੀ ਭਾਵ ਭਗਤੀ ਵਿੱਚ ਵਰਤਣਾ ਹੈ। ਭਗਤ ਰੂਪ ਹੋ ਕਰਕੇ ਵਰਤਣਾ ਹੈ। ਇਹ ਉਪਦੇਸ਼ ਆਦ ਗੁਰ ਘਰ ਕੋ। ਇਹ ਉਪਦੇਸ਼ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਘਰ ਦਾ ਆਦ ਤੋਂ ਹੈ। ਕੋਈ ਅਸੀਂ ਨਵਾਂ ਨਹੀਂ ਬਣਾਇਆ। ਹਜੂਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹੈ ਗੁਰੂ ਨਾਨਕ ਸਾਹਿਬ ਦੇ ਘਰ ਦਾ ਉਪਦੇਸ਼ ਹੈ ਕਿ ਅਹੰ ਬ੍ਰਹਮ ਕਿ ਭਾਵੇਂ ਮਹਾਰਾਜ ਸੱਚੇ ਪਾਤਸ਼ਾਹ ਦੇ ਸਿੱਖਾਂ ਨੂੰ ਵੀ ਇਹ ਗਿਆਨ ਉਤਪੰਨ ਹੋ ਜਾਂਦਾ ਹੈ ਕਿ ਮੈਂ ਬ੍ਰਹਮ ਰੂਪ ਹਾਂ। ਪਰ ਬਾਹਰੋਂ ਸੇਵਕ ਦੀ ਭਾਵ ਭਗਤੀ ਦੀ ਕਰਨੀ ਵਿੱਚ ਸਿੱਖ ਜਿਹੜੇ ਆ ਉਹ ਵਿਚਰਦੇ ਆ। ਮਹਾਰਾਜ ਕਹਿੰਦੇ ਬਾਹਰੋਂ ਵਰਤਾਰਾ ਭਗਤਾਂ ਵਾਲਾ ਰੱਖਣਾ, ਅੰਦਰ ਸਦਾ ਆਪਣੇ ਸਰੂਪ ਵਿੱਚ ਲੀਨ ਰਹਿਣਾ। ਲੇਹੋ ਆਪ ਨਿਤ ਸਰਦਾ ਧਰ ਕੋ। ਸਦਾ ਹੀ ਸ਼ਰਧਾ ਧਾਰ ਕੇ ਇਸ ਪ੍ਰਕਾਰ ਇਹ ਗੁਰਸਿੱਖਾਂ ਦੇ ਅੰਦਰ ਤੁਸੀਂ ਪ੍ਰੇਮ ਜਿਹੜਾ ਹੈ ਭਗਤੀ ਦਾ ਵੰਡਣਾ ਕਰਿਓ। ਸ੍ਰੀ ਨਾਨਕ ਕੋ ਆਸ਼ੈ ਮਹਾ। ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਘਰ ਦਾ ਮਹਾਨ ਗੂੜ ਆਸ਼ਾ ਹੈ। ਗੁਰ ਅੰਗਦ ਸੰਗ ਜੈਸੇ ਕਹਾ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਗੁਰਿਆਈ ਬਖਸ਼ੀ ਸੀ ਤੇ ਹਜੂਰ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਜੀ ਦੇ ਤਾਈਂ ਇਹ ਸਿੱਖਿਆ ਸਿਖਾਈ ਸੀ। ਮਹਾਰਾਜ ਇਹ ਕਹਿਣਾ ਕੀਤਾ ਸੀਗਾ ਅਜਰ ਜਰਨ ਧੀਰਜ ਔਰ ਧਰਨੀ। ਅਜਰ ਸ਼ਕਤੀ ਨੂੰ ਆਪਣੇ ਅੰਦਰ ਜਰ ਲੈਣਾ ਤੇ ਧੀਰਜ ਨੂੰ ਹਿਰਦੇ ਦੇ ਅੰਦਰ ਸਦਾ ਹੀ ਧਾਰਨ ਕਰਕੇ ਰੱਖਣਾ। ਇਹ ਸ਼ਕਤੀ ਗੁਰੂ ਨਾਨਕ ਸਾਹਿਬ ਜੀ ਦੀ ਗੁਰਿਆਈ ਦੀ ਸਮਖ ਸ਼ਕਤੀਆਂ ਜਿਸ ਗੁਰਿਆਈ ਤਖਤ ਦੇ ਅੱਗੇ ਸੀਸ ਝੁਕਾਉਂਦੀਆਂ ਨੇ
ਮੱਥਾ ਟੇਕਦੀਆਂ ਨੇ। ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਗੁਰਿਆਈ ਸੌਂਪੀ ਸੀ, ਨਾਲ ਸਿੱਖਿਆ ਦਿੱਤੀ ਸੀ, ਐਡੀ ਸ਼ਕਤੀ ਹੁੰਦਿਆਂ ਹੋਇਆਂ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਸਾਰੀ ਜ਼ਿੰਦਗੀ ਕਦੇ ਮਹਾਰਾਜ ਕਰਾਮਾਤ ਨਹੀਂ ਕਦੇ ਦਿਖਾਈ, ਕਦੇ ਮਹਾਰਾਜ ਸ਼ਕਤੀ ਨਹੀਂ ਪ੍ਰਗਟ ਕੀਤੀ, ਭਾਵੇਂ ਕਿ ਹਜੂਰ ਦੇ ਅੰਗ ਅੰਗ ਚੋਂ ਹੀ ਸ਼ਕਤੀ ਪ੍ਰਗਟ ਹੁੰਦੀ ਸੀ। ਮਹਾਰਾਜ ਦੇ ਦਰਸ਼ਨ ਹੀ ਇੱਕ ਸ਼ਕਤੀ ਰੂਪ ਸਨ। ਇਹ ਸਤਿਗੁਰਾਂ ਜੀ ਦੇ ਘਰ ਦੀ ਰੀਤ ਹੈ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਉਸ ਮਰਿਆਦਾ ਮੁਤਾਬਕ ਆਪਣੇ ਸਾਹਿਬਜ਼ਾਦੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਤਿਗੁਰੂ ਜੀ ਸਿੱਖਿਆ ਦ੍ਰਿੜਾ ਰਹੇ ਹੈ। ਮਹਾਰਾਜ ਕਹਿੰਦੇ ਆ ਇਸ ਪ੍ਰਕਾਰ ਦੀ ਕਰਨੀ ਜਿਹੜੀ ਹੈ ਨਾ, ਉਹ ਤੁਸੀਂ ਸਦਾ ਕਰਨੀ ਹੈ। ਅਜਰ ਸ਼ਕਤੀ ਨੂੰ ਆਪਣੇ ਅੰਦਰ ਜਰਨਾ ਹੈ। ਇਉਂ ਮਹਾਰਾਜ ਕਹਿੰਦੇ ਨੇ, ਅਜ਼ਮਤ ਬਿਦਤ ਨਾ ਕਾਹੂ ਕਰਨੀ। ਕਦਾ ਵੀ ਜਿਹੜੀ ਹੈ ਕਿਸੇ ਪ੍ਰਕਾਰ ਅਜਮਤ ਸ਼ਕਤੀ ਨੂੰ ਬਿਦਤ ਨਹੀਂ ਕਰਨਾ, ਭਾਵ ਪ੍ਰਗਟ ਨਹੀਂ ਕਰਨਾ ਹੈ। ਨਹੀਂ ਸ਼ਕਤ ਕਰ ਕਹੂੰ ਦਿਖਾਈ। ਸ਼ਕਤੀ ਜਿਹੜੀ ਹੈ ਕਿਸੇ ਪ੍ਰਕਾਰ ਵੀ ਕਦੇ ਦਿਖਾਉਣੀ ਨਹੀਂ ਹੈ ਕਿਸੇ ਦੇ ਤਾਈਂ। ਸਹੀ ਸਰਬ ਹੀ ਜਿਮ ਬਨ ਆਈ। ਜਿਸ ਤਰ੍ਹਾਂ ਬਣ ਆਵੇ ਨਾ ਸਮੇਂ ਮੁਤਾਬਕ, ਉਹ ਸਾਰੇ ਹੀ ਕਸ਼ਟ ਦੁੱਖ ਸਹਾਰ ਲੈਣੇ ਚਾਹੀਦੇ ਹੈ, ਪਰ ਕਦਾ ਵੀ ਸ਼ਕਤੀ ਨਹੀਂ ਪ੍ਰਗਟ ਕਰਨੀ ਚਾਹੀਦੀ। ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਰੀਤ ਹੈ। ਸੱਚੇ ਪਾਤਸ਼ਾਹ ਆਪ ਖੁਦ ਗਰੀਬ ਨਵਾਜ਼ ਜੋ ਚਾਹੁਣ ਕਰ ਸਕਦੇ ਹੈ, ਪਰ ਮਹਾਰਾਜ ਤਤੀ ਤਵੀ ਤੇ ਚੌਂਕੜਾ ਲਾ ਕੇ ਇਹ ਸਿੱਖਿਆ ਸਿਖਾਈ ਹੈ ਸਤਿਗੁਰਾਂ ਜੀ ਨੇ। ਇੰਨੀ ਸ਼ਕਤੀ ਦੇ ਹੁੰਦਿਆਂ ਹੋਇਆਂ ਵੀ ਮਹਾਰਾਜ ਜੀ ਨੇ ਭਾਣਾ ਮੰਨਣ ਦੀ ਮਹਾਰਾਜ ਸਿੱਖਿਆ ਸਿਖਾਈ ਹੈ। ਗਰੀਬ ਨਵਾਜ਼ ਸਤਿਗੁਰੂ ਜੀ ਕਹਿੰਦੇ ਹੈ, ਕਿਹੋ ਜਿਹਾ ਵੀ ਕਠਿਨ ਸਮਾਂ ਬਣ ਜਾਵੇ, ਪਰ ਕਦਾ ਵੀ ਸ਼ਕਤੀ ਨਹੀਂ ਪ੍ਰਗਟ ਕਰਨੀ ਹੈ। ਤਿਸੀ ਪ੍ਰਕਾਰ ਆਪ ਮਤ ਧਰੋ। ਇਸ ਪ੍ਰਕਾਰ ਦਾ ਮਤ ਜਿਹੜਾ ਨਾ, ਇਹ ਸਿਧਾਂਤ, ਇਹ ਸਿੱਖਿਆ ਆਪ ਤੁਸੀਂ ਧਾਰਨ ਕਰੋ। ਨਹੀਂ ਬਿਦਤ ਅਜ਼ਮਤ ਕਿਤ ਕਰੋ। ਕਿਤੇ ਵੀ ਅਜਮਤ ਨੂੰ ਸ਼ਕਤੀ ਨੂੰ ਬਿਦਤ ਨਾ ਕਰਨਾ, ਭਾਵ ਪ੍ਰਗਟ ਨਾ ਕਰਨਾ। ਪੁਰਸ਼ੋਤਮ ਜੇ ਕਰ ਦਿਖਰਾਈ। ਹੁਣ ਇੱਥੇ ਫਿਰ ਸਵਾਲ ਪੈਦਾ ਹੁੰਦਾ ਹੈ ਕਿ ਮਹਾਰਾਜ ਫਿਰ ਸ਼ਕਤੀ ਤਾਂ ਦਿਖਾਈ ਹੈ, ਇਤਿਹਾਸ ਵੀ ਜ਼ਿਕਰ ਕਰਦਾ ਹੈ, ਪਰ ਮਹਾਰਾਜ ਜੀ ਨੇ ਨਾਲ ਹੀ ਦੱਸਿਆ ਕਿ ਪੁਰਸ਼ੋਤਮ ਜਿਹੜੇ ਉੱਤਮ ਪੁਰਸ਼ ਹੁੰਦੇ ਹੈ, ਉਹਨਾਂ ਨੂੰ ਸ਼ਕਤੀ ਜਦੋਂ ਦਿਖਾਉਣੀ ਪੈ ਜਾਵੇ ਤਾਂ ਕਿਹੜੇ ਕਾਰਨ ਕਰਕੇ ਮਹਾਰਾਜ ਕਹਿੰਦੇ ਸ਼ਕਤੀ ਦਿਖਾਉਣੀ ਹੈ। ਜੇ ਕਿਤੇ ਲੋੜ ਪਵੇ ਤਾਂ ਮਹਾਰਾਜ ਦੱਸਦੇ ਹਨ, ਫਿਰ ਪੜੋ। ਪੁਰਸ਼ੋਤਮ ਜੇ ਕਰ ਦਿਖਰਾਈ। ਜੇਕਰ ਕੋਈ ਉੱਤਮ ਪੁਰਸ਼ ਮਹਾਨ ਪੁਰਖ ਸ਼ਕਤੀ ਦੇ ਤਾਂ ਹੀ ਦਿਖਾਉਂਦੇ ਹਨ। ਹਿਤ ਮਿਰਜਾਦ ਕੈ ਜਨਨ ਸਹਾਈ। ਮਰਿਆਦਾ ਨੂੰ ਕਾਇਮ ਰੱਖਣ ਵਾਸਤੇ ਜਾਂ ਆਪਣੇ ਜਨ ਸੇਵਕ ਦੀ ਸਹਾਇਤਾ ਕਰਨ ਵਾਸਤੇ। ਸੱਚੇ ਪਾਤਸ਼ਾਹ ਕਹਿੰਦੇ ਉੱਥੇ ਇਸ ਸ਼ਕਤੀ ਦਾ ਪ੍ਰਯੋਗ ਕਰਨਾ ਹੈ। ਬਿਨਾ ਕਰੇ ਬਿਗਰੇ ਜਹ ਬਾਤ। ਜਿਸਥੇ ਬਿਨਾ ਸ਼ਕਤੀ ਦੇ ਵਰਤਾਇਆ ਜੇ ਬਾਤ ਹੀ ਵਿਗੜ ਜਾਂਦੀ ਹੋਵੇ ਤਾਂ ਮਹਾਰਾਜ ਕਹਿੰਦੇ ਉੱਥੇ ਫਿਰ ਸ਼ਕਤੀ ਪ੍ਰਗਟ ਕਰਨੀ ਯੋਗ ਹੈ। ਤਹਾਂ ਕਰਤ ਹੈ ਨਿਤ ਚਿਤ ਸ਼ਾਂਤ। ਜਿਨ੍ਹਾਂ ਦਾ ਚਿੱਤ ਸ਼ਾਂਤ ਹੈ ਸਦਾ ਹੀ, ਕੋਈ ਨਿੱਜੀ ਪ੍ਰਯੋਜਨ ਨਹੀਂ, ਸੇਵਕ ਦੀ ਰੱਖਿਆ ਕਰਨ ਵਾਸਤੇ, ਮਰਿਆਦਾ ਨੂੰ ਬਹਾਲ ਰੱਖਣ ਵਾਸਤੇ, ਉੱਥੇ ਫਿਰ ਸ਼ਕਤੀ ਦਾ ਜਿਹੜਾ ਨਾ ਉਹ ਵਰਤਾਰਾ ਵਰਤਾ ਦੇਣਾ। ਮਹਾਰਾਜ ਕਹਿੰਦੇ ਭਾਈ ਇਹ ਦੋ ਕਾਰਜ ਹੁੰਦੇ ਆ। ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਵੀ ਹਜੂਰ ਨੇ ਕਿਤੇ ਸ਼ਕਤੀ ਜਦੋਂ ਪ੍ਰਗਟ ਕੀਤੀ ਹੈ, ਜਾਂ ਤਾਂ ਫਿਰ ਮਰਿਆਦਾ ਕਾਇਮ ਕਰਨ ਨੂੰ, ਕਿਉਂਕਿ ਇਸ ਦੀ ਗਵਾਹੀ ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਭਰਦੀਆਂ। ਇਸ ਗੱਲ ਤੋਂ ਮੁਨਕਰ ਨਹੀਂ ਹੋਣਾ ਚਾਹੀਦਾ ਕਿ ਮਹਾਰਾਜ ਕਦੇ ਸ਼ਕਤੀ ਵਿਖਾਈ ਨਹੀਂ। ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਮੱਕੇ ਵੱਲ ਨੂੰ ਚਰਨ ਕਰਕੇ ਪਏ ਆਰਾਮ ਕਰ ਰਹੇ ਸੀ ਨਾ, ਮਰਿਆਦਾ ਦੱਸਣ ਲਈ ਸਤਿਗੁਰਾਂ ਜੀ ਨੇ ਇਹ ਕੌਤਕ ਵਰਤਾਇਆ ਸੀ। ਮਰਿਆਦਾ ਬਹਾਲ ਕਰਨ ਲਈ, ਅੱਲਾ ਦੇ ਪਿਆਰ ਦੇ ਰਾਹ ਤੇ ਮੁਸਲਮਾਨਾਂ ਨੂੰ ਤੋਰਨ ਲਈ ਕਿ ਤੁਸੀਂ ਇਹ ਫੋਕਟ ਕਰਮਾਂ ਵਿੱਚ ਕੀ ਫਸ ਗਏ ਹੋ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਬਰਾਜੇ ਹੋਏ ਸਨ ਤੇ ਉਹ ਜੀਵਨ ਕਾਜੀ ਦਾ ਭਾਈ ਸਾਹਿਬ ਨੇ ਜ਼ਿਕਰ ਕੀਤਾ ਹੈ, ਤੇ ਟੰਗੋ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਈ। ਮਹਾਰਾਜ ਜੀ ਦੇ ਚਰਨ ਜਦੋਂ ਘੁਮਾਏ ਸੀ, ਚੱਕੀ ਦੇ ਪੁੜ ਵਾਂਗ ਨਾਲ ਹੀ ਮੱਕਾ ਫਿਰ ਗਿਆ ਸੀ ਸਾਰਾ। ਇਹ ਸੱਚੇ ਪਾਤਸ਼ਾਹ ਮਹਾਰਾਜ ਮਰਿਆਦਾ ਨੂੰ ਬਹਾਲ ਕਰਨ ਲਈ ਅਤੇ ਸੇਵਕ ਦੀ ਰੱਖਿਆ ਵਾਸਤੇ, ਭਾਈ ਮਰਦਾਨੇ ਜੀ ਦੀ ਰੱਖਿਆ ਵਾਸਤੇ ਕਿੰਨੀ ਵਾਰ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ।
ਇਉਂ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆ ਦੋ ਕਾਰਨ ਹਨ ਸ਼ਕਤੀ ਦੇ ਪ੍ਰਗਟ ਕਰਨ ਦੇ। ਬਿਨਾ ਕਰੇ ਬਿਗੜੇ ਜਿਹ ਬਾਤ, ਜੇ ਬਿਨਾ ਫਿਰ ਸ਼ਕਤੀ ਪ੍ਰਗਟ ਕੀਤਿਆਂ ਬਾਤ ਹੀ ਵਿਗੜਦੀ ਹੋਵੇ, ਸੇਵਕ ਨੂੰ ਬਚਾ ਹੀ ਨਾ ਸਕੋ, ਤਾਂ ਫਿਰ ਮਹਾਰਾਜ ਕਹਿੰਦੇ ਬਾਤ ਤਾਂ ਵਿਗੜਦੀ ਹੈ ਨਾ, ਫਿਰ ਸੇਵਕ ਦੀ ਰੱਖਿਆ ਕਿਹਨ ਕਰਨੀ ਹੈ? ਤੁਸਾਂ ਕਰਨੀ ਹੈ, ਤੁਹਾਡੀ ਜ਼ਿੰਮੇਵਾਰੀ ਹੈ ਸਿੱਖੀ ਦੀ ਰੱਖਿਆ ਕਰਨ ਦੀ। ਤਹਾਂ ਕਰਤ ਹੈ ਨਿਤ ਚਿਤ ਸ਼ਾਂਤ, ਜਿਨ੍ਹਾਂ ਦਾ ਚਿੱਤ ਸ਼ਾਂਤ ਹੈ ਉਹ ਉਥੇ ਸ਼ਕਤੀ ਪ੍ਰਗਟ ਕਰਦੇ ਹੈ ਸੇਵਕ ਦੀ ਰੱਖਿਆ ਕਰਨ ਨੂੰ ਤੇ ਮਰਿਆਦਾ ਦੇ ਸਥਾਪਿਤ ਕਰਨ ਨੂੰ। ਜਾਮ ਜਾਮਨੀ ਕਰੋ ਇਸ਼ਨਾਨ, ਮਹਾਰਾਜ ਜੀ ਨੇ ਗੁਰੂ ਅਰਜਨ ਸਾਹਿਬ ਨੇ ਆਪਣੇ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੇਖੋ ਕੀ ਆਗਿਆ ਕਰ ਰਹੇ ਆ, ਜਾਮ ਜਾਮਨੀ ਕਰੋ ਇਸ਼ਨਾਨ। ਕਿੰਨਾ ਜ਼ਰੂਰੀ ਹੋਵੇਗਾ ਅੰਮ੍ਰਿਤ ਵੇਲੇ ਦਾ ਇਸ਼ਨਾਨ। ਮਹਾਰਾਜ ਕਹਿੰਦੇ ਆ ਕਿ ਸਾਹਿਬਜ਼ਾਦਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿੰਦੇ ਆ ਜਦੋਂ ਪਹਿਰ ਰਾਤ ਰਵੇ ਅੰਮ੍ਰਿਤ ਵੇਲੇ ਉੱਠ ਕਰਕੇ ਸਦਾ ਇਸ਼ਨਾਨ ਕਰਨਾ, ਇਹ ਨਿਯਮ ਨਾ ਕਦੇ ਤੋੜਨਾ। ਸੁਨਹੁ ਕੀਰਤਨ ਪ੍ਰਭ ਨਿਰਬਾਨ, ਇੱਕ ਰਸ ਹੋ ਕਰਕੇ ਸਦਾ ਹੀ ਗੁਰੂ ਕੀ ਬਾਣੀ ਦਾ ਕੀਰਤਨ ਸੁਣਨਾ ਸੰਗਤ ਵਿੱਚ। ਜਗਤ ਅਨਿਤ ਆਤਮਾ ਸਾਚੋ, ਜਗਤ ਸਦਾ ਹੀ ਨਾਸ਼ਵੰਤ ਹੈ, ਨਹੀਂ ਨਿਤ ਰਹਿਣ ਵਾਲਾ, ਤੇ ਆਤਮਾ ਸਦਾ ਸੱਚ ਸਰੂਪ ਹੈ। ਇਮ ਲਖ ਸਤ ਸੰਗਤ ਚਿਤ ਰਾਚੋ, ਇਸ ਤਰ੍ਹਾਂ ਲਖ ਜਾਣ ਕੇ ਸਦਾ ਹੀ ਸਤ ਸੰਗਤ ਵਿੱਚ ਮਿਲੇ ਰਹੋ। ਪਾਏ ਪੁੱਤਰ ਕੋ ਗੁਰੂ ਬਹਾਨਾ, ਇਹ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਆਪਣੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਨੂੰ ਸਿੱਖਿਆ ਦੇ ਰਹੇ ਹੈ, ਪਰ ਕਵੀਰਾਜ ਕਹਿੰਦੇ ਆਪਣੇ ਪੁੱਤਰ ਦਾ ਹਜੂਰ ਗੁਰੂ ਅਰਜਨ ਸਾਹਿਬ ਜੀ ਬਹਾਨਾ ਪਾ ਕਰਕੇ ਸੰਗਤ ਕੋ ਉਪਦੇਸ਼ ਬਖਾਨਾ, ਸਾਰੀ ਹੀ ਸੰਗਤ ਨੂੰ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਗਰੀਬ ਨਵਾਜ ਜੀ ਨੇ ਕਹਿਣਾ ਕੀਤਾ। ਸ੍ਰੀ ਹਰਗੋਬਿੰਦ ਸੁਨ ਕਰ ਧੀਰ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਪਣੇ ਸਤਿਕਾਰਯੋਗ ਪਿਤਾ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਉਪਦੇਸ਼ ਸੁਣ ਕਰਕੇ ਧੀਰਜ ਦੇ ਸਹਿਤ ਸਤਿਗੁਰੂ ਜੀ ਕਮਲ ਬਿਲੋਚਨ ਮੋਚਿਓ ਨੀਰ। ਜਦੋਂ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਦੱਸਿਆ ਸੀ ਕਿ ਹੁਣ ਸਾਡੀ ਸ਼ਹਾਦਤ ਦਾ ਸਮਾਂ ਆ ਗਿਆ ਏ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੁਣ ਕਰਕੇ 11 ਸਾਲ ਦੀ ਆਜੂ ਹੈ ਸੱਚੇ ਪਾਤਸ਼ਾਹ ਜੀ ਦੀ, ਪਿਤਾ ਜੀ ਦਾ ਸ਼ਹੀਦ ਹੋਣਾ ਸੁਣ ਕਰਕੇ ਮਹਾਰਾਜ ਦੇ ਨੇਤਰਾਂ ਵਿੱਚ ਬਰਾਗ ਆ ਗਿਆ ਏ। ਕਾਰਨ ਕਰਨ ਆਪ ਤੁਮ ਸਾਰੇ, ਹੱਥ ਜੋੜ ਕੇ ਆਖਿਆ ਪਿਤਾ ਜੀ ਸਾਰੇ ਕਾਰਜਾਂ ਨੂੰ ਅਤੇ ਕਾਰਨਾਂ ਨੂੰ ਵੀ ਕਰਨ ਵਾਲੇ ਮਹਾਰਾਜ ਤੁਸੀਂ ਆਪ ਹੀ ਹੋ। ਅਸਮੰਜਸ ਹਮ ਸਮੁਖ ਉਚਾਰੇ, ਸੱਚੇ ਪਾਤਸ਼ਾਹ ਬੜੀ ਹੀ ਅਣਬਣੀ ਜੀ ਗੱਲ, ਅਸਮੰਜਸ ਜੀ ਭਾਵ ਅਣਬਣੀ ਗੱਲ ਜਿਹੜੀ ਹੈ ਤੁਸੀਂ ਮਹਾਰਾਜ ਸਾਡੇ ਸਾਹਮਣੇ ਦੱਸੀ ਹੈ ਆਪਣੇ ਸ਼ਹੀਦ ਹੋ ਜਾਣ ਦੀ। ਇਮ ਕਹਿ ਨਮਰ ਗਰੀਬ ਕਰ ਥਿਰੇ, ਇਸ ਤਰ੍ਹਾਂ ਕਹਿ ਕੇ ਪਿਤਾ ਗੁਰੂ ਅਰਜਨ ਸਾਹਿਬ ਦੇ ਚਰਨਾਂ ਤੇ ਨਮਸਕਾਰ ਕਰਕੇ ਆਪਣਾ ਸੀਸ ਅਦਬ ਨਾਲ ਝੁਕਾ ਕੇ ਪਿਤਾ ਜੀ ਦੇ ਚਰਨਾਂ ਵੱਲ ਵੇਖਦੇ ਹੋਏ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕੋਲ ਖੜੇ ਨੇ। ਧੀਰ ਸਰਬੱਗਿਆ ਜਾਨ ਚੁੱਪ ਕਰੇ, ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਰਬੱਗ ਅੰਤਰਜਾਮੀ ਜਾਣ ਕੇ ਧੀਰਜ ਦੇ ਸਹਿਤ ਸਤਿਗੁਰੂ ਜੀ ਸ਼ਾਂਤੀ ਕੋਲ ਆਪਣੇ ਪਿਤਾ ਜੀ ਦੇ ਖੜੇ ਹਨ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਦੋਹਰਾ ਇਸ ਕ੍ਰਿਤ ਕੋ ਕਰ ਸਤਿਗੁਰੂ, ਨਿਸਾ ਭਈ ਪੁਨ ਆਏ। ਇਹ ਕ੍ਰਿਤ ਭਾਵ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਪਤ ਰੂਪ ਵਿੱਚ ਗੁਰਿਆਈ ਦੇ ਕੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਕਾਰਜ ਸੰਪੂਰਨ ਕਰ ਦਿੱਤਾ, ਰਾਤ ਹੋਈ ਤਾਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਹਜੂਰ ਮਹਿਲਾਂ ਵਿੱਚ ਆਏ ਹੈ, ਜਿੱਥੇ ਅੱਜ ਗੁਰੂ ਕੇ ਮਹਿਲ ਅਸਥਾਨ ਹੈ ਨਾ ਗੁਰਦੁਆਰਾ ਸਾਹਿਬ, ਇਹ ਮਹਾਰਾਜ ਜੀ ਦੇ ਮਹਿਲ ਸਤਿਗੁਰੂ ਜੀ ਨੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਇੱਥੇ ਨਿਵਾਸ ਕੀਤਾ, ਗੁਰੂ ਅਰਜਨ ਸਾਹਿਬ ਜੀ ਮਹਾਰਾਜ ਇੱਥੇ ਨਿਵਾਸ ਕੀਤਾ। ਇੱਥੇ ਹੀ ਸਾਧ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨਿਵਾਸ ਕੀਤਾ, ਤੇ ਇਹੀ ਗੁਰੂ ਕੇ ਮਹਿਲ ਅਸਥਾਨ ਜਿੱਥੇ ਮਾਤਾ ਨਾਨਕੀ ਜੀ ਦੀ ਕੁੱਖ ਤੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਅਵਤਾਰ ਧਾਰਿਆ, ਇਹ ਗੁਰੂ ਕੇ ਮਹਿਲ ਅਸਥਾਨ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜਦੋਂ ਰਾਤਰੀ ਦਾ ਵਕਤ ਹੋਇਆ ਏ, ਮਹਾਰਾਜ ਜੀ ਗਰੀਬ ਨਵਾਜ ਮਰਿਆਦਾ ਸਾਰੀ ਪੂਰੀ ਕਰਕੇ ਜ਼ਿੰਮੇਵਾਰੀਆਂ ਸਾਰੀਆਂ ਨਿਭਾ ਕੇ ਸੱਚੇ ਪਾਤਸ਼ਾਹ ਮਹਿਲਾਂ ਵਿੱਚ ਆਏ ਹਨ। ਗ੍ਰਹਿ ਪ੍ਰਵੇਸ਼ ਭੋਜਨ ਕਰਿਓ, ਬੈਠ ਪ੍ਰਿਯੰਕ ਸੁਹਾਏ। ਮਹਾਰਾਜ ਜਦੋਂ ਮਹਿਲਾਂ ਵਿੱਚ ਪ੍ਰਵੇਸ਼ ਹੋਏ ਹੈ, ਸੱਚੇ ਪਾਤਸ਼ਾਹ ਜੀ ਨੇ ਸੁੰਦਰ ਪਲੰਘੇ ਤੇ ਗਰੀਬ ਨਵਾਜ ਜੀ ਨੇ ਸਜ ਕਰਕੇ
ਭੋਜਨ ਛਕਣਾ ਕੀਤਾ ਏ। ਚੌਪਈ ਸਾਧਵੀ ਸ੍ਰੀ ਗੰਗਾ ਚਲ ਆਈ। ਪਤੀ ਵਰਤਾ ਧਰਮ ਵਿੱਚ ਪ੍ਰਪੱਕ ਮਾਤਾ ਗੰਗਾ ਜੀ ਤਿਸ ਸਮੇਂ ਹਜੂਰ ਨੂੰ ਪ੍ਰਸ਼ਾਦ ਛਕਾ ਰਹੇ ਆ ਬੜੇ ਪਿਆਰ ਦੇ ਨਾਲ। ਬੈਠੀ ਨਿਕਟ ਦੇਖ ਸੁਖ ਪਾਈ। ਸੱਚੇ ਪਾਤਸ਼ਾਹ ਦੇ ਦਰਸ਼ਨ ਵੇਖ ਕੇ ਮਨ ਬਹੁਤ ਸੁਖ ਪਾ ਰਿਹਾ ਏ ਤੇ ਮਾਤਾ ਜੀ ਪੱਖਾ ਕਰਦੇ ਐ। ਫਿਰ ਸਤਿਗੁਰੂ ਜੀ ਦੇ ਗਰੀਬ ਨਵਾਜੀ ਦੇ ਕੋਲ ਬੈਠੇ ਹਨ। ਸ੍ਰੀ ਅਰਜਨ ਸਭ ਬਾਤ ਬਖਾਨੀ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਹਜੂਰ ਲੰਗਰ ਛਕ ਹਟੇ, ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰਾ ਹੀ ਬਚਨ ਜੋ ਸੀ ਉਹ ਗਰੀਬ ਨਵਾਜ ਜੀ ਆਪਣੇ ਮਹਿਲ ਮਾਤਾ ਗੰਗਾ ਜੀ ਨੂੰ ਹਜੂਰ ਕਹਿਣ ਲੱਗੇ। ਸੁਨਹੁ ਆਰਜੇ ਭਾਗ ਮਹਾਨੀ। ਮਹਾਰਾਜ ਕਹਿਣ ਲੱਗੇ, ਹੇ ਗੰਗਾ ਤੇਰੇ ਬੜੇ ਹੀ ਵੱਡੇ ਭਾਗ ਹਨ। ਸੱਚੇ ਪਾਤਸ਼ਾਹ ਮਹਾਰਾਜ ਨੂੰ ਬੜੇ ਪਿਆਰ ਨਾਲ ਗਰੀਬ ਨਵਾਜ ਨੇ ਸੰਬੋਧਨ ਹੋ ਕਰਕੇ ਕਿਹਾ ਕਿ ਬੜੇ ਤੇਰੇ ਵੱਡੇ ਭਾਗ ਹਨ। ਲਵਪੁਰ ਕੋ ਹਮ ਕਰਹਿ ਪਿਆਨਾ। ਹਜੂਰ ਕਹਿੰਦੇ ਆ ਗੰਗਾ ਜਦੋਂ ਕੱਲ ਸਵੇਰ ਹੋਣੀ ਹੈ ਅਸੀਂ ਵੱਡੀ ਸਵੇਰ ਲਾਹੌਰ ਨੂੰ ਚਾਲਾ ਮਾਰਨਾ ਹੈ। ਹੋਤ ਪ੍ਰਾਤ ਨਿਸ਼ਚੇ ਹੋਏ ਜਾਨਾ। ਜਦੋਂ ਸਵੇਰ ਹੋਵੇਗੀ ਨਿਸ਼ਚੇ ਕਰਕੇ ਸਾਡਾ ਲਾਹੌਰ ਨੂੰ ਚੱਲਣਾ ਹੋਵੇਗਾ। ਤਬ ਸੁਤ ਸਕਲ ਕਾਜ ਕੋ ਸਿਆਨਾ। ਮਹਾਰਾਜ ਜੀ ਕਹਿੰਦੇ ਐ ਕਿ ਤੁਹਾਡਾ ਪੁੱਤਰ ਜੋ ਹਨ ਨਾ, ਹੁਣ ਭਾਵ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵੱਲ ਇਸ਼ਾਰਾ ਕਰਦੇ ਹੋਏ ਮਹਾਰਾਜ ਕਹਿੰਦੇ ਤੁਹਾਡਾ ਪੁੱਤਰ ਹੁਣ ਸਾਰੇ ਕਾਰਜਾਂ ਦੇ ਕਰਨ ਵਿੱਚ ਸਿਆਣਾ ਹੋ ਗਿਆ ਹੈ। ਧਰਮ ਧੀਰ ਧਰ ਧਰਨ ਸਮਾਨਾ। ਇਹ ਧਰਤੀ ਵਰਗਾ ਧੀਰਜ ਹੈ, ਧਰਮ ਨੂੰ ਆਸਰਾ ਦੇਣ ਵਾਲੇ ਹਨ। ਧਰਤੀ ਵਰਗਾ ਧੀਰਜ ਰੱਖਣ ਵਾਲੇ ਨੇ। ਨਹੀਂ ਸਦੀਵ ਦੇਹ ਇਹ ਰਹਿ। ਮਹਾਰਾਜ ਜੀ ਕਹਿੰਦੇ ਆ ਗੰਗਾ ਜਿਹੜੀਆਂ ਇਹ ਦੇਹਾਂ ਹਨ ਨਾ ਇਹਨਾਂ ਦਾ ਮਿਲਾਪ ਸਦਾ ਨਹੀਂ ਰਹਿੰਦਾ ਹੈ। ਇਹ ਦੇਹਾਂ ਜਿਹੜੀਆਂ ਹਨ ਸਰੀਰ ਜਿਹੜੇ ਐ ਸਦੀਵੀ ਨਹੀਂ ਰਹਿੰਦੇ ਹਨ। ਜਾਂ ਤੇ ਸੁਮਤ ਸਨੇਹ ਨਾ ਗਹਿ। ਇਸ ਕਰਕੇ ਜਿਹੜਾ ਕੋਈ ਸਿਆਣਾ ਹੈ ਨਾ ਸੂਝਵਾਨ ਹੈ ਉਹ ਦੇਹ ਦਾ ਮੋਹ ਨਹੀਂ ਗ੍ਰਹਿਣ ਕਰਦਾ, ਦੇਹ ਨਾਲ ਨਹੀਂ ਪ੍ਰੇਮ ਕਰਦਾ ਏ। ਜੋ ਉਪਜੇ ਸੋ ਬਿਨ ਸੰਹਾਰ। ਜਿਹੜਾ ਉਪਜਿਆ ਏ ਜੋ ਉਪਜਿਓ ਸੋ ਬਿਨਸ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼੍ਰੀ ਮੁਖਵਾਕ ਨੇ, ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ, ਜੋ ਉਪਜੇ ਸੋ ਬਿਨ ਸੰਹਾਰ। ਜਿਹੜਾ ਉਪਜਿਆ ਹੈ ਉਹ ਬਿਨ ਸੰਹਾਰ ਹੈ, ਭਾਵ ਨਾਸ਼ ਹੋਣ ਵਾਲਾ ਏ। ਜੋ ਉੱਚੋ ਸੋ ਗਿਰਨੇ ਹਾਰ। ਜਿਹੜਾ ਉੱਚਾ ਏ ਉਹ ਗਿਰ ਜਾਣ ਵਾਲਾ ਹੈ, ਭਾਵ ਊਚੰਗ ਤਾਂ ਨੀਚੰਗ ਨਾਨਾ ਸੋ ਮੂਚੰਗ। ਜਿਹੜਾ ਉੱਚਾ ਏ ਉਹ ਜ਼ਰੂਰ ਗਿਰ ਜਾਵੇਗਾ। ਇਹੀ ਸਨਾਤਨ ਦੇਹਨ ਧਰਮ। ਆਦ ਤੋਂ ਹੀ, ਸਨਾਤਨ ਤੋਂ ਭਾਵ ਹੈ ਆਦ ਤੋਂ ਹੀ ਇਹ ਦੇਹਾਂ ਦਾ ਧਰਮ ਹੈ। ਵਾਹਿਗੁਰੂ ਨੇ ਇਹ ਰਚਨਾ ਹੀ ਇਸ ਤਰ੍ਹਾਂ ਰਚਾਈ ਹੈ। ਸਾਧੋ ਰਚਨਾ ਰਾਮ ਬਣਾਈ, ਇੱਕ ਬਿਨਸੈ ਇੱਕ ਅਸਥਰ ਮਾਨੈ, ਅਚਰਜ ਲਖਿਓ ਨਾ ਜਾਈ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਸਾਧੋ ਰਚਨਾ ਰਾਮ ਬਣਾਈ। ਮੇਰੇ ਵਾਹਿਗੁਰੂ ਨੇ ਇਹ ਰਚਨਾ ਬਣਾਈ ਹੈ। ਮਹਾਰਾਜ ਕਹਿੰਦੇ ਆਦ ਤੋਂ ਹੀ ਦੇਹਾਂ ਦਾ ਧਰਮ ਹੈ। ਇਹ ਦੇਹਾਂ ਸਦਾ ਸਥਿਰ ਨਹੀਂ ਰਹਿੰਦੀਆਂ ਹਨ। ਇਸ ਮਹਿ ਪ੍ਰੇਮ ਮਹਾ ਔਰ ਭਰਮ। ਜਿਹੜਾ ਦੇਹ ਦੇ ਅੰਦਰ ਪ੍ਰੇਮ ਹੈ ਨਾ ਇਹ ਬੜਾ ਵੱਡਾ ਹਿਰਦੇ ਵਿੱਚ ਭਰਮ ਹੈ। ਜਿਹੜਾ ਦੇਹ ਨਾਲ ਪ੍ਰੇਮ ਕਰਨਾ ਹੈ। ਦਿਨ ਪ੍ਰਤ ਸਭ ਪ੍ਰਣਾਮ ਕੋ ਪਾਵਹਿ। ਕਿਉਂਕਿ ਦਿਨ ਪ੍ਰਤ ਹਰ ਰੋਜ਼ ਸਾਰਾ ਕੁਝ ਪ੍ਰਣਾਮ ਭਾਵ ਨੂੰ ਪਾ ਰਿਹਾ ਏ, ਭਾਵ ਸਾਰਾ ਕੁਝ ਬਦਲਾਵ ਵਿੱਚ ਆ ਰਿਹਾ ਏ। ਪ੍ਰਥਮ ਸਮਾਨ ਸਥਿਰ ਨ ਰਹਾਵਹਿ। ਪਹਿਲਾਂ ਦੇ ਸਮਾਨ ਕੋਈ ਵੀ ਚੀਜ਼ ਜਿਹੜੀ ਆ ਇੱਕ ਰਸ ਨਹੀਂ ਰਹਿੰਦੀ ਹੈ, ਸਥਿਰ ਨਹੀਂ ਰਹਿੰਦੀ ਹੈ, ਬਦਲਾਵ ਆਉਂਦਾ ਏ। ਬਾਲਕ ਤੇ ਹੋਵਹਿ ਸੋ ਕੁਮਾਰ। ਬਾਲਕ ਅਵਸਥਾ ਤੋਂ ਜਿਹੜੀ ਹੈ ਉਹ ਕੁਮਾਰ ਅਵਸਥਾ ਜਿਹੜੀ ਆ ਉਹ ਆ ਜਾਂਦੀ ਹੈ, ਭਾਵ ਇਸ ਪ੍ਰਕਾਰ ਜਿਹਨੂੰ ਕਿਸ਼ੋਰ ਅਵਸਥਾ ਕਹਿੰਦੇ ਆ। ਤਰਨ ਹੋਤ ਪੁਨ ਬ੍ਰਿਧਤਾ ਧਾਰ। ਫਿਰ ਜਵਾਨੀ ਦੀ ਅਵਸਥਾ ਆ ਜਾਂਦੀ ਹੈ, ਫਿਰ ਬਿਰਧ ਅਵਸਥਾ ਨੂੰ ਧਾਰਨ ਕਰ ਲੈਂਦਾ ਹੈ। ਇਹ ਮਹਾਰਾਜ ਜੀ ਨੇ ਪਹਿਰੇ ਬਾਣੀ ਵਿੱਚ ਵੀ ਸਤਿਗੁਰਾਂ ਜੀ ਨੇ ਧੰਨ ਗੁਰੂ ਅਰਜਨ ਸਾਹਿਬ ਕੋਲ ਵੀ ਸਿੱਖ ਆਏ ਸੀ, ਵਣਜਾਰੇ ਆਖਿਆ ਸੀ ਮਹਾਰਾਜ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਨੇ ਸਾਡੇ ਪੁਰਖਿਆਂ ਨੂੰ ਮਹਾਰਾਜ ਪਹਿਰੇ ਬਾਣੀ ਵਿੱਚ ਉਪਦੇਸ਼ ਦਿੱਤਾ ਹੈ। ਆਪ ਵੀ ਕਿਰਪਾ ਕਰਕੇ ਉਪਦੇਸ਼ ਸਾਨੂੰ ਪਹਿਰੇ ਬਾਣੀ ਵਿੱਚ ਬਖਸ਼ੋ।
ਤੇ ਹਜੂਰ ਨੇ ਉੱਥੇ ਜ਼ਿੰਦਗੀ ਦੇ 4 ਪੈਰ ਗਿਣੇ ਸੀ। ਮਹਾਰਾਜ ਜੀ ਨੇ ਕਿਹਾ ਸੀਗਾ ਕਿ ਪਹਿਲਾ ਪੈਰ ਜਿਹੜਾ ਹੈ ਉਹ ਮਾਤਾ ਦੇ ਉਦਰ ਤੋਂ ਸ਼ੁਰੂ ਕਰਕੇ ਮਹਾਰਾਜ ਜੀ ਨੇ ਫਿਰ ਬਚਪਨ ਦਾ ਦੱਸਿਆ। ਖੀਰ ਪੀਏ ਖਿਲਾਈਏ ਵਣਜਾਰਿਆ ਮਿੱਤਰਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਫਿਰ ਇਉਂ ਜਵਾਨੀ ਆ ਜਾਂਦੀ ਹੈ ਤੇ ਫਿਰ ਇਸ ਪ੍ਰਕਾਰ ਜਿਹੜੀ ਹੈ ਪ੍ਰੌਢਿਆ ਅਵਸਥਾ ਆਉਂਦੀ ਹੈ, ਬਿਰਧ ਅਵਸਥਾ ਆ ਜਾਂਦੀ ਹੈ। ਇਉਂ ਸੱਚੇ ਪਾਤਸ਼ਾਹ ਨੇ ਇਹ 4 ਪੈਰ ਦਾ ਹੀ ਦਿਨ ਜਿਹੜਾ ਬਤੀਤ ਹੁੰਦਾ ਹੈ, ਉਮਰਾਂ ਦੇ 4 ਪੈਰ ਹੀ ਮਹਾਰਾਜ ਦੱਸੇ ਹੈ। ਹਜੂਰ ਕਹਿੰਦੇ ਹਨ ਬਾਲਕ ਤੇ ਹੋਵੇ ਸੋ ਕੁਮਾਰ। ਬਾਲਕ ਅਵਸਥਾ ਤੋਂ ਜਿਹੜੀ ਹੈ ਉਹ ਕਿਸ਼ੋਰ ਅਵਸਥਾ ਆਉਂਦੀ ਹੈ। ਤਰਨ ਹੋਤ ਪੁਨ ਬ੍ਰਿਧਤਾ ਧਾਰ। ਤਰਨ ਜਵਾਨ ਹੁੰਦਾ ਹੈ, ਫਿਰ ਬੌੜੋ ਬ੍ਰਿਧਤਾ ਬਿਰਧ ਅਵਸਥਾ ਨੂੰ ਧਾਰਨ ਕਰ ਲੈਂਦੀ ਹੈ ਇਹ ਦੇਹ। ਜਰਾ ਗ੍ਰਸੇ ਤਬ ਜੀਰਨ ਹੋਏ। ਜਦੋਂ ਬੁਢੇਪਾ ਗ੍ਰਸ ਲੈਂਦਾ ਹੈ, ਫਿਰ ਜੀਰਨ ਕਮਜ਼ੋਰ ਹੋ ਜਾਂਦਾ ਹੈ। ਇਹ ਸਾਰੀ ਦੇਹ ਜਿਹੜੀ ਹੈ ਫਿਰ ਸਿਥਲ ਹੋ ਜਾਂਦੀ ਹੈ। ਬਹਰੋ ਅੰਤ ਸਮੇਂ ਮਹਿ ਸੋਏ। ਤੇ ਬਹਰੋ ਅੰਤ ਦੇ ਸਮੇਂ ਦੇ ਅੰਦਰ ਫਿਰ ਜਿਹੜਾ ਹੈ ਇਹ ਦੇਹ ਛੁੱਟ ਜਾਂਦੀ ਹੈ। ਰਹੂ ਪੀਛੇ ਕੁਛ ਸ਼ੋਕ ਨਾ ਮਾਨੋ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਐ ਸਾਡੇ ਤੋਂ ਪਿੱਛੋਂ ਕਿਸੇ ਪ੍ਰਕਾਰ ਦਾ ਕੋਈ ਸ਼ੋਕ ਦੁੱਖ ਨਾ ਮੰਨਣਾ ਕਰਿਓ। ਦੇਹ ਆਪ ਤੇ ਤਜਨ ਨਾ ਠਾਨੇ। ਮਹਾਰਾਜ ਜੀ ਨੇ ਆਗਿਆ ਕੀਤੀ ਹੈ ਕਿ ਸਾਡੀ ਸ਼ਹਾਦਤ ਦੀ ਖਬਰ ਸੁਣ ਕਰਕੇ ਗੰਗਾ ਆਪਣਾ ਸਰੀਰ ਨਾ ਕਿਤੇ ਤਿਆਗ ਦਿਓ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਇਉਂ ਸਿੱਖਿਆ ਸਿਖਾਈ ਹੈ ਗਰੀਬ ਨਵਾਜ ਜੀ ਨੇ। ਪੁੱਤਰ ਸੋ ਪੌਤਰਨ ਕੋ ਸੁਖ ਦੇਖ। ਮਹਾਰਾਜ ਜੀ ਕਹਿੰਦੇ ਐ ਤੁਸੀਂ ਆਪਣੇ ਪੁੱਤਰ ਦਾ ਭਾਰੀ ਸੁਖ ਵੇਖੋਗੇ, ਫਿਰ ਆਪਣੇ ਪੋਤਰਿਆਂ ਦਾ ਵੀ ਦਰਸ਼ਨ ਕਰੋਗੇ। ਬਹੁਤ ਜਿਹੜਾ ਪਰਿਵਾਰ ਇਹਦਾ ਸੁਖ ਵੇਖੋਗੇ। ਸ਼ਾਦੀ ਕਰੋ ਆਨੰਦ ਵਿਸੇਖ। ਬਹੁਤ ਜ਼ਿਆਦਾ ਆਨੰਦ ਦੇ ਸਹਿਤ ਆਪਣੇ ਪੁੱਤਰ ਦਾ ਜਿਹੜਾ ਫਿਰ ਤੁਸੀਂ ਇਉਂ ਖੁਸ਼ੀ ਕਰਿਓ, ਸ਼ਾਦੀ ਕਰਿਓ, ਆਨੰਦ ਕਰਿਓ ਭਾਵ ਘਰ ਦੇ ਅੰਦਰ ਪੁੱਤਰ ਦੇ ਸਹਿਤ। ਅੰਤ ਸਮਾ ਹੋਏ ਪ੍ਰਾਪਤ ਜਬੈ। ਜਦੋਂ ਤੁਹਾਡੇ ਦੇਹ ਦਾ ਸਰੀਰ ਦਾ ਅੰਤ ਦਾ ਸਮਾਂ ਆ ਕੇ ਲੱਗੇਗਾ। ਹਮ ਸੋ ਮਿਲਹਿ ਆਨ ਤੂੰ ਤਬੈ। ਉਸੇ ਵੇਲੇ ਹੀ ਗੰਗਾ ਜੀ ਤੁਸੀਂ ਸਾਡੇ ਨਾਲ ਆ ਕੇ ਮਿਲ ਜਾਓਗੇ, ਸਾਡੇ ਵਿੱਚ ਅਭੇਦ ਹੋ ਜਾਓਗੇ। ਗੰਗਾ ਸੁਨੀ ਅਚਾਨਕ ਬਾਤੀ। ਮਾਤਾ ਗੰਗਾ ਜੀ ਨੇ ਅਚਾਨਕ ਜਦੋਂ ਗੁਰੂ ਅਰਜਨ ਸਾਹਿਬ ਜੀ ਦੇ ਸ਼੍ਰੀ ਮੁਖ ਤੋਂ ਇਹ ਬਚਨ ਸੁਣਿਆ ਹਜੂਰ ਦੇ ਸ਼ਹੀਦ ਹੋ ਜਾਣ ਦਾ। ਕਮਲ ਬਿਲੋਚਨ ਅਸ਼ਰਫ ਪਾਤੀ। ਕਮਲ ਵਰਗੇ ਮਾਤਾ ਜੀ ਦੇ ਖਿੜੇ ਹੋਏ ਨੇਤਰਾਂ ਵਿੱਚੋਂ ਅਥਰੂ ਜਰੋ ਜਾਰ ਤੇ ਸਮੇਂ ਡਿੱਗਣ ਲੱਗ ਪਏ। ਇਹ ਕਿਮ ਕਹੀ ਆਪਨੇ ਬਾਨੀ। ਇਹ ਸੱਚੇ ਪਾਤਸ਼ਾਹ ਇਹ ਬੜੀ ਹੀ ਸਹਿਜ ਨਾਲ ਆਪਨੇ ਆਪਣੇ ਸ਼ਹੀਦ ਹੋ ਜਾਣ ਦੀ ਬਾਣੀ, ਇਹ ਆਪਣੇ ਸ਼ਹੀਦ ਹੋ ਜਾਣ ਦਾ ਬਚਨ ਮਹਾਰਾਜ ਕਿਸ ਤਰ੍ਹਾਂ ਕਹਿ ਦਿੱਤਾ ਏ। ਤੀਖਨ ਤਪਤ ਨਾ ਰਾਂਚ ਸਮਾਨੀ। ਸੱਚੇ ਪਾਤਸ਼ਾਹ ਇਹ ਤਾਂ ਬੋਲ ਆਪ ਜੀ ਦੇ ਨਾ ਤਿੱਖੇ ਤਪਦੇ ਹੋਏ ਲੋਹੇ ਦੇ ਤੀਰ ਵਾਂਗ ਮੇਰਾ ਸੀਨਾ ਵਿੰਨ ਗਏ ਹਨ। ਸਰੋਤਦਰ ਪ੍ਰਵੇਸ਼ ਹਿਰਦਾ ਮਮ ਬੇਦਾ। ਕੰਨਾਂ ਦੇ ਦਰ ਰਾਹੀਂ ਪ੍ਰਵੇਸ਼ ਕਰਕੇ ਸਾਡਾ ਹਿਰਦਾ ਜਿਹੜਾ ਹੈ ਇਹ ਬਚਨਾ ਰੂਪੀ ਤੀਰਾਂ ਨੇ ਮਹਾਰਾਜ ਵਿੰਨ ਦਿੱਤਾ ਏ। ਕਸ ਉਪਦੇਸ਼ ਤਿਹੋ ਅਸਮੇਦਾ। ਸੱਚੇ ਪਾਤਸ਼ਾਹ ਆਪ ਕਿਹੋ ਜਿਹਾ ਉਪਦੇਸ਼ ਦੇ ਰਹੇ ਹੋ ਮਹਾਰਾਜ, ਹਿਰਦਾ ਹੀ ਸਾਰਾ ਵਿੰਨਿਆ ਗਿਆ ਏ। ਧੀਰਜ ਧਰਨ ਬਖਾਨਤ ਆਪੂ। ਸੱਚੇ ਪਾਤਸ਼ਾਹ ਆਪ ਸਾਨੂੰ ਐਡਾ ਵੱਡਾ ਬਚਨ ਕਹਿ ਕੇ ਤੇ ਧੀਰਜ ਦੇ ਧਾਰਨ ਵਾਸਤੇ ਕਹਿ ਰਹੇ ਹੋ। ਜਿਸ ਤੇ ਇਸ ਜੁਤ ਆਨੰਦ ਖਾਪੂ। ਮਹਾਰਾਜ ਇਹ ਬਚਨ ਸੁਣ ਕਰਕੇ ਤਾਂ ਸਾਡਾ ਸਾਰਾ ਹੀ ਆਨੰਦ ਨਾਸ਼ ਹੋ ਗਿਆ, ਸਾਡਾ ਸਾਰਾ ਹੀ ਮਨ ਦਾ ਸੁਖ ਜਿਹੜਾ ਭੰਗ ਹੋ ਗਿਆ ਏ। ਸਭ ਸੰਗਤ ਕੇ ਸਹਿਤ ਕੁਟੰਬੂ। ਮਹਾਰਾਜ ਸਾਰੀ ਸੰਗਤ ਨੂੰ ਅਤੇ ਪਰਿਵਾਰ ਦੇ ਸਮੇਤ ਕਰਨ ਸ੍ਰੇਯ ਕੇ ਆਪ ਅਲੰਬੂ। ਕੇਵਲ ਆਪ ਹੀ ਆਸਰਾ ਹੋਣਾ ਮਹਾਰਾਜ ਸਾਡਾ ਤਾਂ। ਮਹਾਰਾਜ ਸੰਗਤ ਨੂੰ ਆਪ ਦਾ ਆਸਰਾ ਏ, ਤੁਹਾਡਾ ਆਸਰਾ ਏ। ਪਰਿਵਾਰ ਵੀ ਮਹਾਰਾਜ ਅਸੀਂ ਤੁਹਾਡੇ ਹੀ ਆਸਰੇ ਹਾਂ। ਗਰੀਬ ਨਵਾਜ ਸਾਡੀ ਕਲਿਆਣ ਤਾਂ ਤੁਹਾਡੇ ਨਾਲ ਹੈ ਮਹਾਰਾਜ। ਸੰਗਤ ਦੀ ਕਲਿਆਣ ਕੌਣ ਕਰੇਗਾ, ਆਪ ਹੀ ਸੰਗਤ ਦੀ ਕਲਿਆਣ ਦੇ ਕਰਨ ਵਾਲੇ ਹੋ। ਸ੍ਰੀ ਹਰਗੋਬਿੰਦ ਬਾਲਕ ਬੈਸਾ। ਮਹਾਰਾਜ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਾਬਤ ਮਾਤਾ ਜੀ ਕਹਿੰਦੇ ਹੈ ਕਿ ਪੁੱਤਰ ਦੀ ਤਾਂ ਆਜੂ ਅਜੇ ਬਾਲਕ ਬੈਸਾ।
ਬੜੀ ਹੀ ਬਾਲਕਾਂ ਵਾਲੀ ਛੋਟੀ ਉਮਰ ਹੈ। ਆਪ ਜਨਾਵਤ ਕਾਰਜ ਕੈਸਾ। ਤੇ ਆਪ ਤੁਸੀਂ ਕਿਹੋ ਜਿਹਾ ਕੰਮ ਸਾਡੇ ਤਾਈਂ ਜਣਾ ਰਹੇ ਹੋ, ਦੱਸ ਰਹੇ ਹੋ। ਸ਼ਤਰੂ ਗਨ ਸਭ ਰਚਤ ਉਪਾਇਆ। ਜਿੰਨੇ ਵੀ ਸ਼ਤਰੂ ਸਾਰੇ ਦੁਸ਼ਮਣ ਬਹੁਤੇ ਇਹ ਉਪਾਅ ਹੀ ਰਚ ਰਹੇ ਆ, ਯਤਨ ਕਰ ਰਹੇ ਆ ਸਾਡੇ ਪੁੱਤਰ ਨੂੰ ਮਾਰਨ ਵਾਸਤੇ। ਨੀਠ ਨੀਠ ਨਿਜ ਨੰਦ ਬਚਾਇਆ। ਮਸਾਂ ਮਸਾਂ ਕਰਕੇ ਤੇ ਆਪਣੇ ਪੁੱਤ ਦੀ ਜਾਨ ਬਚਾਈ ਹੈ, ਕਿਉਂਕਿ ਮਾਤਾ ਜੀ ਜਾਣਦੇ ਐ ਕਿ ਪ੍ਰਿਥੀ ਚੰਦ ਨੇ ਕਿਸ ਤਰ੍ਹਾਂ ਈਰਖਾ ਕਰਕੇ ਕਦੇ ਜਿਹੜਾ ਸੀ ਸਪੇਰੇ ਕੋਲੋਂ ਸੱਪ ਛਡਾ ਕੇ ਮਹਾਰਾਜ ਜੀ ਨੂੰ ਮਾਰਨਾ ਚਾਹਿਆ, ਕਦੇ ਬ੍ਰਾਹਮਣ ਨੂੰ ਖਰੀਦ ਕੇ ਦਹੀਂ ਵਿੱਚ ਜ਼ਹਿਰ ਪਵਾ ਕੇ ਮਹਾਰਾਜ ਜੀ ਨੂੰ ਮਾਰਨਾ ਚਾਹਿਆ, ਕਦੇ ਦਾਈ ਦੇ ਅਸਥਣਾ ਨੂੰ ਜ਼ਹਿਰ ਲਵਾ ਕੇ ਤੇ ਉਹ ਸਤਿਗੁਰੂ ਜੀ ਨੂੰ ਮਾਰਨ ਵਾਸਤੇ ਆਈ, ਪਰ ਕੋਈ ਕਾਮਯਾਬ ਨਾ ਹੋ ਸਕਿਆ। ਮਾਤਾ ਜੀ ਉਹਨਾਂ ਘਟਨਾਵਾਂ ਨੂੰ ਚੇਤੇ ਕਰਦੇ ਹੋਏ ਕਹਿੰਦੇ ਨੇ, ਨੀਠ ਨੀਠ ਕਰ ਆਨੰਦ ਬਚਾਇਆ। ਮਸਾਂ ਮਸਾਂ ਕਰਕੇ ਤੇ ਆਪਣੇ ਪੁੱਤਰ ਨੂੰ ਬਚਾਇਆ ਹੈ ਮਹਾਰਾਜ, ਰੱਖਿਆ ਕੀਤੀ ਹੈ। ਤੁਮ ਸਮਰੱਥ ਹੋ ਨਿਤ ਸਭ ਭਾਂਤੀ। ਆਪ ਮਹਾਰਾਜ ਹਰ ਤਰੀਕੇ ਨਾਲ ਸਮਰੱਥ ਹੋ ਸਦਾ ਹੀ। ਕੌਣ ਆਸਰੋ ਗਹਿ ਪਸਚਾਤੀ। ਆਪ ਜੀ ਤੋਂ ਬਾਅਦ ਮਹਾਰਾਜ ਅਸੀਂ ਕਿਹੜਾ ਆਸਰਾ ਧਾਰਨ ਕਰਾਂਗੇ, ਸਾਡੀ ਰੱਖਿਆ ਕੌਣ ਕਰੇਗਾ, ਸਾਡਾ ਆਸਰਾ ਕੌਣ ਬਣੇਗਾ ਮਹਾਰਾਜ ਤੁਹਾਡੇ ਤੋਂ ਬਿਨਾ। ਸ੍ਰੀ ਅਰਜਨ ਜੀ ਪੁਨਹ ਬਖਾਨੀ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਮਾਤਾ ਗੰਗਾ ਜੀ ਦੇ ਬੋਲ ਸੁਣੇ ਤੋ ਸੁਭਾਵਿਕ ਹੀ ਸੀਗਾ, ਪਤੀਵਰਤਾ ਧਰਮ ਵਿੱਚ ਪ੍ਰਪੱਕ ਇਸਤਰੀ ਜਦੋਂ ਪਤੀ ਦਾ ਸਾਇਆ ਸਿਰ ਤੋਂ ਉੱਠ ਜਾਣ ਦੀ ਬਾਤ ਸੁਣਦੀ ਹੈ ਤਾਂ ਉਹਨਾਂ ਦੇ ਉੱਤੇ ਕੀ ਬੀਤਦੀ ਹੈ। ਮਾਤਾ ਜੀ ਦੇ ਮਨ ਦੇ ਅੰਦਰ ਇਹੋ ਜਿਹਾ ਬੜੀ ਭਾੜੀ ਚੀਸ ਤੇ ਪੀੜਾ ਉੱਠੀ। ਮਹਾਰਾਜ ਦੇ ਅੱਗੇ ਆਪਣੇ ਮਨ ਦਾ ਦੁੱਖ ਕਿਹਾ। ਹਜੂਰ ਨੇ ਮਨ ਦੀ ਹਾਲਤ ਜਾਣਦਿਆਂ ਹੋਇਆਂ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਅਸ ਚਿੰਤਾ ਕਿਮ ਚਿਤ ਮਹਿ ਠਾਨੀ। ਮਹਾਰਾਜ ਕਹਿੰਦੇ, ਗੰਗਾ ਇਹੋ ਜੀ ਚਿੰਤਾ ਆਪਣੇ ਮਨ ਦੇ ਅੰਦਰ ਤੁਸੀਂ ਕਿਉਂ ਕੀਤੀ ਹੈ ਕਿ ਪੁੱਤਰ ਦੀ ਰੱਖਿਆ ਹੁਣ ਕਿਵੇਂ ਹੋਵੇਗੀ, ਸਾਡਾ ਆਸਰਾ ਹੋਰ ਕੌਣ ਬਣੇਗਾ, ਇਹ ਚਿੰਤਾ ਤੁਸੀਂ ਕਿਉਂ ਆਪਣੇ ਮਨ ਵਿੱਚ ਕੀਤੀ ਹੈ। ਸ੍ਰੀ ਨਾਨਕ ਸਮਰੱਥ ਜਗਨਾਥਾ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਮਰੱਥ ਹਨ। ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਦਾ ਹੱਥ ਹੈ ਸਿਰ ਦੇ ਉੱਪਰ। ਤਿਨ ਕੋ ਅਹੈ ਮਾਥ ਪਰ ਹੱਥਾ। ਉਹਨਾਂ ਸਤਿਗੁਰਾਂ ਜੀ ਦਾ ਮਸਤਕ ਦੇ ਉੱਤੇ ਹੱਥ ਹੈ। ਇਹ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਹੈ, ਜਿਸ ਦੇ ਸਿਰ ਦੇ ਉੱਤੇ ਗੁਰੂ ਨਾਨਕ ਸਾਹਿਬ ਸਮਰੱਥ ਸਤਿਗੁਰੂ ਦਾ ਜਗਤ ਦੇ ਮਾਲਕ ਸਤਿਗੁਰੂ ਜੀ ਦਾ ਹੱਥ ਹੋਵੇ। ਸਦਾ ਸਹਾਇਕ ਬਿਗਨ ਨਸਾਇਕ। ਉਹ ਸਤਿਗੁਰੂ ਜੀ ਸਦਾ ਹੀ ਅੰਗ ਸੰਗ ਸਹਾਇਕ ਹਨ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਿਗਨਾਂ ਨੂੰ ਨਾਸ਼ ਕਰਨ ਵਾਲੇ ਨੇ। ਪ੍ਰਭ ਵਿਸਾਲ ਗਨ ਸਤਰਨ ਕਾਹਿਕ। ਬਹੁਤ ਜ਼ਿਆਦਾ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਵੱਡੀ ਹੈ। ਬਹੁਤੇ ਦੁਸ਼ਮਣਾਂ ਨੂੰ, ਬਹੁਤੇ ਵਿਗਨਾਂ ਨੂੰ ਨਾਸ਼ ਕਰਨ ਵਾਲੇ ਹਨ। ਫਿਰ ਪੰਕਤੀ ਪੜੋ। ਪ੍ਰਭ ਵਿਸਾਲ ਗਨ ਸਤਰਨ ਕਾਹਿਕ। ਪ੍ਰਭੂ ਸਰੂਪ ਹਨ, ਵਿਸਾਲ ਵੱਡੇ ਹਨ, ਦੁਸ਼ਮਣਾਂ ਦੇ ਨਾਸ਼ ਕਰਨ ਵਾਲੇ ਨੇ। ਗੁਰ ਪ੍ਰਤਾਪ ਤੇ ਹਰ ਗੋਬਿੰਦ। ਗੁਰੂ ਨਾਨਕ ਸਾਹਿਬ ਜੀ ਦੇ ਪ੍ਰਤਾਪ ਨਾਲ ਸਾਡੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ। ਦਿਨ ਪ੍ਰਤ ਇਨਕੋ ਤੇਜ ਬਿਲੰਦ। ਦਿਨ ਪ੍ਰਤੀ ਇਹਨਾਂ ਦਾ ਬਹੁਤ ਭਾਰੀ ਤੇਜ ਪ੍ਰਤਾਪ ਹੋਵੇਗਾ। ਅਪਰ ਨ ਕੀਜੇ ਚਿਤ ਦੁਚਤਾਈ। ਆਪਣੇ ਚਿੱਤ ਦੇ ਅੰਦਰ ਹੋਰ ਕਿਸੇ ਪ੍ਰਕਾਰ ਦੀ ਦੁਚਤਾਈ ਭਾਵ ਦੋ ਰਾਵਾਂ ਨਾ ਕਰਨਾ ਕਰੋ। ਮਹਾਰਾਜ ਜੀ ਨੇ ਉਸ ਸਮੇਂ ਕਿਹਾ ਸੀ, ਜਦੋਂ ਮਾਤਾ ਗੰਗਾ ਜੀ ਨੇ ਕਿਹਾ ਕਿ ਪੁੱਤਰ ਬਹੁਤ ਛੋਟਾ ਏ। ਮਹਾਰਾਜ ਚਾਰ ਸਫੇਰੇ ਦੁਸ਼ਮਣ ਹੀ ਦੁਸ਼ਮਣ ਨੇ, ਸ਼ਰੀਕਾ ਵੀ ਦੁਸ਼ਮਣੀ ਕਰਦਾ ਹੈ। ਪੁੱਤਰ ਨੂੰ ਕੋਈ ਮਾਰ ਦੇਵੇਗਾ ਤਾਂ ਗੁਰੂ ਮਹਾਰਾਜ ਸਾਹਿਬ ਜੀ ਨੇ ਬਚਨ ਕਹੇ ਸੀ ਕਿ ਗੰਗਾ, ਜਿਸ ਪੁੱਤਰ ਦੇ ਮਰ ਜਾਣ ਦੀ ਤੁਸੀਂ ਚਿੰਤਾ ਕਰ ਰਹੇ ਹੋ ਨਾ, ਉਹ ਤੁਹਾਡਾ ਪੁੱਤਰ ਬਹੁਤ ਜੀਆਂ ਨੂੰ ਜੀਵਨ ਦਾਨ ਦੇਵੇਗਾ। ਇਸ ਥਾਂ ਤੋਂ, ਇਸ ਭਾਰਤ ਵਰਸ਼ ਤੋਂ ਜ਼ੁਲਮ ਨੂੰ ਨਾਸ਼ ਕਰ ਦੇਣਗੇ। ਐਡਾ ਪ੍ਰਤਾਪ ਹੋਵੇਗਾ ਕਿ ਇਥੋਂ ਦੇ ਬਾਦਸ਼ਾਹਾਂ ਦਾ ਵੀ ਦਿਲ ਦਹਿਲ ਜਾਵੇਗਾ ਇਹਨਾਂ ਦੇ ਜ਼ਬੇ ਦੇ ਅੱਗੇ। ਐਡਾ ਪ੍ਰਤਾਪ ਹੋਵੇਗਾ, ਆਪ ਮੁਹਾਰੇ ਇਥੋਂ ਦੀਆਂ ਰਿਆਇਆ, ਇਥੋਂ ਦੇ ਲੋਕ ਇਹਨਾਂ ਦੇ ਅੱਗੇ ਸਿਜਦੇ ਕਰਨਗੇ, ਨਮਸਕਾਰਾਂ ਕਰਨਗੇ। ਸੱਚੇ ਪਾਤਸ਼ਾਹ ਜੀ ਨੂੰ ਫਿਰ ਕਿਹਾ, ਮਾਤਾ ਗੰਗਾ ਜੀ ਨੇ ਪੁੱਤਰ ਇਕੱਲਾ ਏ। ਮਹਾਰਾਜ ਜੀ ਨੇ ਵਰ ਦਿੱਤਾ ਸੀ, ਵਧੀ ਵੇਲ ਬਹੁ ਪੀੜੀ ਚਾਲੀ, ਧਰਮ ਕਲਾ ਹਰ ਬੰਦ ਬਹਾਲੀ।
ਮਹਾਰਾਜ ਕਹਿੰਦੇ ਬਹੁਤ ਭਾਰੀ ਪੀੜ੍ਹੀ ਚੱਲੇਗੀ, ਬੜਾ ਪਰਿਵਾਰ ਹੋਵੇਗਾ, ਬੜੀਆਂ ਖੁਸ਼ੀਆਂ ਹੋਣਗੀਆਂ, ਇਹਨਾਂ ਦੇ ਪੁੱਤਰ ਹੋਣਗੇ। ਇਉਂ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਵਰਦਾਨ ਦਿੱਤਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੋਂ ਅੱਗੇ ਪਰਿਵਾਰ ਦਾ ਜਿਹੜਾ ਫਲਾਹ ਹੋਇਆ। ਇਹ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਮਾਤਾ ਗੰਗਾ ਜੀ ਨੂੰ ਬਖਸ਼ਿਸ਼ ਭਰੇ ਬਚਨ ਮਹਾਰਾਜ ਕਹਿ ਰਹੇ ਆ। ਜਦੋਂ ਹਜੂਰ ਰਾਤ ਨੂੰ ਪ੍ਰਸ਼ਾਦ ਛਕ ਹਟੇ ਤੇ ਆਪਣੀ ਸ਼ਹਾਦਤ ਦਾ ਜਦੋਂ ਬਚਨ ਮਹਾਰਾਜ ਦੱਸਿਆ ਹੈ, ਅਪਰ ਨ ਕੀਜਹਿ ਚਿਤ ਦੁਚਤਾਈ। ਮਹਾਰਾਜ ਕਹਿੰਦੇ ਚਿੱਤ ਵਿੱਚ ਹੋਰ ਕਿਸੇ ਪ੍ਰਕਾਰ ਦਾ ਜਿਹੜਾ ਨਾ ਦੂਜਾਪਣਾ ਭਾਵ ਦੁਚਤਾਈ ਨਾ ਮਨ ਦੇ ਅੰਦਰ ਰੱਖਣਾ ਕਰੋ। ਬੇਦੀ ਕੁਲ ਕੇ ਤਿਲਕ ਸਹਾਈ। ਬੇਦੀ ਕੁਲ ਦੇ ਤਿਲਕ ਨਿਸ਼ਾਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਦਾ ਹੀ ਸਹਾਈ ਹਨ। ਅਸ ਕਹਿ ਕਰੁਣਾ ਧਾਰ ਨਿਹਾਰਾ। ਇਸ ਤਰ੍ਹਾਂ ਕਹਿ ਕੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਮਿਹਰ ਭਰੀ ਦ੍ਰਿਸ਼ਟੀ ਨਾਲ, ਕਿਰਪਾ ਦ੍ਰਿਸ਼ਟੀ ਨਾਲ ਸਤਿਗੁਰਾਂ ਜੀ ਨੇ ਮਾਤਾ ਗੰਗਾ ਜੀ ਵੱਲ ਤੱਕਣਾ ਕੀਤਾ। ਔਰ ਗੰਗਾ ਕੇ ਮੋਹ ਬਿਦਾਰਾ। ਜਿਹੜਾ ਹਿਰਦੇ ਵਿੱਚ ਦਿਆਂ ਦਾ ਮੋਹ ਸੀ ਮਹਾਰਾਜ ਜੀ ਨੇ ਤੱਕ ਕੇ ਹੀ ਨਾਸ਼ ਕਰ ਦਿੱਤਾ। ਮਾਤਾ ਗੰਗਾ ਜੀ ਦੇ ਹਿਰਦੇ ਤੋਂ ਮਹਾਰਾਜ ਨੇ ਮੋਹ ਕੱਟ ਦੇਣਾ ਕੀਤਾ। ਪ੍ਰਾਪਤ ਭਇਓ ਗਿਆਨ ਸੁਖਦਾਨੀ। ਜਿਹੜਾ ਸੁੱਖਾਂ ਦੇ ਦੇਣ ਵਾਲਾ ਗਿਆਨ ਹੈ ਨਾ, ਉਹ ਮਾਤਾ ਗੰਗਾ ਜੀ ਨੂੰ ਤੇ ਸਮੇਂ ਪ੍ਰਾਪਤ ਹੋਇਆ। ਹਜੂਰ ਨੇ ਦ੍ਰਿਸ਼ਟੀ ਨਾਲ ਹੀ ਨਿਹਾਲ ਕਰ ਦਿੱਤਾ। ਜਿਮ ਪਤ ਕਹਿਤ ਸਾਚ ਤਿਮ ਜਾਨੀ। ਜਿਵੇਂ ਪਤੀ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆ, ਮਾਤਾ ਗੰਗਾ ਜੀ ਨੇ ਸੱਚ ਕਰਕੇ ਉਹਨਾਂ ਬਚਨਾਂ ਨੂੰ ਜਾਣ ਲਿਆ, ਕਿਉਂਕਿ ਸਮਝਦੇ ਹਨ ਕਿ ਕਦੇ ਗੁਰੂਦੇਵ ਆਪਣੇ ਮੁਖ ਤੋਂ ਅਸਤ ਬਚਨ ਨਹੀਂ ਕਹਿੰਦੇ। ਮਹਾਰਾਜ ਜੀ ਜਦੋਂ ਵੀ ਬਚਨ ਕਹਿੰਦੇ ਆ ਉਹ ਬਚਨ ਸੱਚਾ ਹੁੰਦਾ ਹੈ। ਮਾਤਾ ਗੰਗਾ ਜੀ ਇਹਨਾਂ ਬਚਨਾਂ ਨੂੰ ਤੇ ਸਮੇਂ ਆਪਣੇ ਮਨ ਦੇ ਅੰਦਰ ਜਾਣ ਕੇ ਕਿ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜੋ ਕਹਿ ਰਹੇ ਹਨ ਇਹ ਅਟਲ ਤੇ ਸਤ ਹੈ। ਕਰ ਕੋ ਜੋਰਤ ਬਾਕ ਬਖਾਨਾ। ਹੱਥ ਜੋੜ ਲੈ ਬਹੁਤ ਨਿਮਰਤਾ ਨਾਲ ਹਜੂਰ ਦੇ ਅੱਗੇ ਬੇਨਤੀ ਕੀਤੀ। ਜਥਾ ਜੋਗ ਸੋ ਕ੍ਰਿਤ ਤੁਮ ਠਾਨਾ। ਮਹਾਰਾਜ ਜੋ ਵੀ ਕਾਰਜ ਆਪ ਜੀ ਕਰਨ ਲੱਗੇ ਹੋ, ਮਹਾਰਾਜ ਜਥਾ ਯੋਗ ਤੁਸੀਂ ਸਮਝਦੇ ਹੋ, ਜੋ ਕੁਝ ਵੀ ਸੱਚੇ ਪਾਤਸ਼ਾਹ ਆਪ ਕਰਦੇ ਹੋ ਉਹ ਉੱਤਮ ਹੀ ਹੁੰਦਾ ਹੈ। ਤੁਮ ਤੇ ਅਪਰ ਨਾ ਸਿਆਨੋ ਕੋਈ। ਕਿਉਂਕਿ ਮਹਾਰਾਜ ਜੀ ਤੁਹਾਡੇ ਤੋਂ ਵੱਧ ਕਰਕੇ ਕੋਈ ਸਿਆਣਾ ਨਹੀਂ ਹੈ, ਕੋਈ ਵੱਡਾ ਨਹੀਂ ਹੈ। ਜੋ ਆਛੀ ਹੋਏ ਭਖ ਹੋਸੋਈ। ਜਿਹੜੀ ਗੱਲ ਮਹਾਰਾਜ ਚੰਗੀ ਹੁੰਦੀ ਹੈ, ਜਿਹਦੇ 'ਚ ਸਾਡਾ ਭਲਾ ਹੋਵੇ, ਉਹੋ ਹੀ ਮਹਾਰਾਜ ਆਪ ਆਪਣੇ ਮੁਖ ਤੋਂ ਕਹਿੰਦੇ ਹੋ। ਇਮ ਸੰਭਾਖਨ ਕਰ ਗੁਰ ਸੋਏ। ਇਉਂ ਸਤਿਗੁਰੂ ਜੀ ਗਰੀਬ ਨਵਾਜ ਜੀ ਨੇ ਆਪਣੇ ਮਹਿਲ ਮਾਤਾ ਗੰਗਾ ਜੀ ਨੂੰ ਵੀ ਦੱਸ ਦਿੱਤਾ ਹੈ। ਬਚਨ ਬਲਾਸ ਕਰਕੇ ਹਜੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਤੇ ਸਮੇਂ ਬਰਾਜ ਗਏ ਆ ਗਰੀਬ ਨਵਾਜ। ਦੇਰ ਰਾਤ ਹੋ ਚੁੱਕੀ ਸੀ ਸਤਿਗੁਰੂ ਜਦੋਂ ਬਚਨ ਕਰ ਰਹੇ ਸਨ, ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਸਰੀਰ ਦਾ ਧਰਮ ਵੀ ਮਹਾਰਾਜ ਦਿਖਾਉਂਦੇ ਐ। ਗਰੀਬ ਨਵਾਜ ਦੇ ਸਿੱਖਾਂ ਨੂੰ ਜਿਨ੍ਹਾਂ ਨੂੰ ਇਹ ਗਿਆਨ ਅਵਸਥਾ ਪ੍ਰਾਪਤ ਹੁੰਦੀ ਹੈ, ਉਹਨਾਂ ਨੂੰ ਸੌਣ ਦੀ ਲੋੜ ਨਹੀਂ ਰਹਿ ਜਾਂਦੀ। ਪਰ ਸਤਿਗੁਰੂ ਜੀ ਮਰਿਆਦਾ ਪੁਰਸ਼ੋਤਮ ਹਨ। ਮਹਾਰਾਜ ਜੀ ਦੇਹ ਦਾ ਵੀ ਧਰਮ ਦਿਖਾਉਂਦੇ ਐ। ਮਹਾਰਾਜ ਬਰਾਜ ਗਏ ਹਨ ਸੱਚੇ ਪਾਤਸ਼ਾਹ ਕੁਝ ਸਮੇਂ ਲਈ। ਜਾਮ ਜਾਮਨੀ ਜਾਗਰਣ ਹੋਏ। ਜਦੋਂ ਪੈਰ ਰਾਤ ਹੋਈ ਹੈ ਸਤਿਗੁਰੂ ਜੀ ਜਾਗ ਪਏ ਨੇ ਗਰੀਬ ਨਵਾਜ। ਕਿਰਿਆ ਇਸ਼ਨਾਨ ਆਦ ਸਭ ਕਰੀ। ਮਹਾਰਾਜ ਜੀ ਨੇ ਜਿਹੜੀ ਹੈ ਸੁੱਚ ਪਵਿੱਤਰਤਾ ਕਿਰਿਆ ਕੀਤੀ ਹੈ। ਫਿਰ ਮਹਾਰਾਜ ਇਸ਼ਨਾਨ ਸਤਿਗੁਰਾਂ ਜੀ ਨੇ ਕਰਨਾ ਕੀਤਾ ਏ। ਬਹੁਰ ਸਮਾਦ ਰੂਪ ਨਿਜ ਧਰੀ। ਫਿਰ ਮਹਾਰਾਜ ਜੀ ਨੇ ਨਿਜ ਸਰੂਪ ਵਿੱਚ ਸਮਾਧੀ ਲਾ ਲਈ। ਸੱਚੇ ਪਾਤਸ਼ਾਹ ਨੇਤਰ ਬੰਦ ਕਰਕੇ ਆਪਣੇ ਆਪੇ ਵਿੱਚ ਸਤਿਗੁਰੂ ਜੀ ਲੀਨ ਹੋ ਗਏ। ਜਬ ਪ੍ਰਕਾਸ਼ ਰਬ ਕੋ ਹੋਏ ਆਇਓ। ਜਦੋਂ ਸੂਰਜ ਦੀ ਕਿਰਨ ਪ੍ਰਕਾਸ਼ੀ ਹੈ, ਭੋਰ ਹੋ ਆਈ ਹੈ। ਚੜਨ ਹੇਤ ਖਾਸਾ ਮੰਗਵਾਇਓ। ਹਜੂਰ ਨੇ ਚੱਲਣ ਵਾਸਤੇ ਪਾਲਕੀ ਲਿਆਉਣ ਦੀ ਆਗਿਆ ਕੀਤੀ ਹੈ। ਖਾਸਾ ਪਾਲਕੀ ਨੂੰ ਕਹਿੰਦੇ ਮਹਾਰਾਜ ਮੰਗਵਾਈ ਹੈ। ਪੰਚ ਸਿੱਖ ਲੈ ਆਪਣੇ ਸਾਥ। ਪੰਜਾਂ ਸਿੱਖਾਂ ਨੂੰ ਆਪਣੇ ਨਾਲ ਲੈ ਕਰਕੇ ਕੀਨ ਅਰੂਡਨ ਅਰਜਨ ਨਾਥ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਾਲਕ ਸਤਿਗੁਰੂ ਜੀ ਨੇ
ਪਾਲਕੀ ਦੇ ਅੰਦਰ ਸਤਿਗੁਰੂ ਜੀ ਨੇ ਅਸਵਾਰ ਹੋਣਾ ਕੀਤਾ। ਵਿਦਿਆ ਜੇਠਾ ਲੰਘ ਪ੍ਰਾਣਾ। ਭਾਈ ਬਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਲੰਗਾ ਜੀ, ਭਾਈ ਪੁਰਾਣਾ ਜੀ ਪੰਚਮ ਪੈੜਾ ਸੰਗ ਪਿਆਣਾ। ਤੇ ਪੰਜਵੇਂ ਭਾਈ ਪੈੜਾ ਜੀ। ਇਹ ਪੰਜ ਸਿੱਖ ਹਜੂਰ ਦੇ ਨਾਲ ਚੱਲੇ ਹਨ ਲਾਹੌਰ ਨੂੰ। ਅਪਰ ਸਰਬਦੈ ਧੀਰਜ ਤਿਆਗੇ। ਹੋਰ ਸਾਰਿਆਂ ਨੂੰ ਧੀਰਜ ਦੇ ਕੇ ਸੱਚੇ ਪਾਤਸ਼ਾਹ ਜੀ ਨੇ ਉਥੇ ਹੀ ਛੱਡਣਾ ਕੀਤਾ। ਰਹੋ ਸੁਦਾ ਸਰ ਸੇਵਾ ਲਾਗੇ। ਮਹਾਰਾਜ ਜੀ ਨੇ ਆਗਿਆ ਕੀਤੀ ਕਿ ਸਿੱਖੋ ਸ਼ਰਧਾ ਨਾਲ ਅੰਮ੍ਰਿਤਸਰ ਸਾਹਿਬ ਜੀ ਦੀ ਸੇਵਾ ਵਿੱਚ ਲੱਗੇ ਰਹਿਓ। ਸ੍ਰੀ ਹਰਗੋਬਿੰਦ ਸੰਗ ਸਦੀਵਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਸਦਾ ਹੀ ਦਰਸ਼ਨ ਪਰਸੋ ਹਰਖ ਧਰੀਵਾ। ਤੇ ਹਰਖ ਖੁਸ਼ੀ ਧਾਰ ਕਰਕੇ ਦਰਸ਼ਨ ਉਹਨਾਂ ਦੇ ਪਰਸਨਾ ਕਰਿਓ, ਸਦਾ ਉਹਨਾਂ ਦੀ ਸੰਗਤ ਕਰਿਓ। ਨਿਕਸ ਗ੍ਰਹਿ ਤੇ ਸਤਿਗੁਰ ਆਏ। ਇਉਂ ਆਪਣੇ ਘਰ ਵਿੱਚ ਵੀ ਸਿੱਖਾਂ ਨੂੰ ਉਪਦੇਸ਼ ਦੇ ਕੇ ਮਹਾਰਾਜ ਜੀ ਫਿਰ ਘਰ ਤੋਂ ਮਹਾਰਾਜ ਬਾਹਰ ਨਿਕਲ ਆਏ ਹਨ। ਗਏ ਸੁਦਾਸਰ ਕੋ ਦਰਸਾਏ। ਮਹਾਰਾਜ ਜੀ ਅੰਮ੍ਰਿਤ ਸਰੋਵਰ ਦੇ ਦਰਸ਼ਨ ਕਰਨ ਲਈ, ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਸੱਚੇ ਪਾਤਸ਼ਾਹ ਜੀ ਆਏ ਹਨ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਇਹ ਸਾਰੀ ਸੇਵਾ ਹਜੂਰ ਨੇ ਸੰਪੂਰਨ ਕਰਾਈ। ਪਰਿਕਰਮਾ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਮੇਂ ਕਾਲ ਵਿੱਚ ਪੱਕੀਆਂ ਹੋਈਆਂ। ਸਰੋਵਰ ਦੀ ਸੇਵਾ ਦੀ ਸੰਪੂਰਨਤਾ ਹੋਈ। ਸ਼੍ਰੀ ਹਰਮੰਦਰ ਸਾਹਿਬ ਜੀ ਦੀ ਇਮਾਰਤ ਦੀ ਸੰਪੂਰਨਤਾ ਹੋਈ। ਸੱਚੇ ਪਾਤਸ਼ਾਹ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਦਰ ਪ੍ਰਕਾਸ਼ ਕੀਤਾ। ਮਹਾਨ ਉਪਕਾਰ ਸਤਿਗੁਰਾਂ ਜੀ ਨੇ ਕੀਤੇ। ਤੇ ਇਸ ਪਾਵਨ ਸਥਾਨ ਦੀ ਬਾਬਤ ਸੱਚੇ ਪਾਤਸ਼ਾਹ ਨੇ ਵਾਕ ਕਹੇ ਕਿ ਡਿਠੇ ਸਭੇ ਥਾਵ ਨਹੀਂ ਤੁਧ ਜੇਹਿਆ, ਬੱਧਹੁ ਪੁਰਖ ਵਿਧਾਤਾ ਤਾਂ ਤੂੰ ਸੋਹਿਆ। ਉਸ ਪਾਵਨ ਅਸਥਾਨ ਦਾ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦਾ ਦਰਸ਼ਨ ਕਰਨ ਲਈ ਮਹਾਰਾਜ ਆਏ। ਸ਼ਹੀਦ ਹੋਣ ਲਈ ਚੱਲੇ ਐ, ਇਸ ਕਰਕੇ ਮਹਾਰਾਜ ਦਰਸ਼ਨ ਕਰਨ ਵਾਸਤੇ ਆਏ ਹਨ। ਪਿਤ ਥਲ ਜਾਨ ਭਾਉ ਬੜ ਧਾਰਾ। ਜਦੋਂ ਪਿਤਾ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਥਾਂ ਹਰਮੰਦਰ ਸਾਹਿਬ ਅੰਦਰ ਜਾਣ ਵਾਸਤੇ ਮਹਾਰਾਜ ਦਰਸ਼ਨੀ ਡਿਉੜੀ ਚ ਆਏ ਐ, ਬਹੁਤ ਪਿਆਰ ਮਹਾਰਾਜ ਦੇ ਹਿਰਦੇ ਵਿੱਚ ਉਮ ਗਿਆ ਹੈ। ਬੜਾ ਹੀ ਪਿਆਰ ਮਹਾਰਾਜ ਨੇ ਹਿਰਦੇ ਵਿੱਚ ਧਾਰਨ ਕੀਤਾ ਹੈ ਪਿਤਾ ਜੀ ਦੇ ਸਥਾਨ ਦਾ ਦਰਸ਼ਨ ਕਰਕੇ। ਨਮਸਕਾਰ ਕੀਨਸ ਦਰਬਾਰਾ। ਮਹਾਰਾਜ ਜੀ ਅੱਗੇ ਦਰਬਾਰ ਸਾਹਿਬ ਅੰਦਰ ਚੱਲ ਕਰਕੇ ਆਏ ਐ। ਹਜੂਰ ਨਮਸਕਾਰ ਕੀਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ। ਇਹ ਸੱਚੇ ਪਾਤਸ਼ਾਹ ਮਹਾਰਾਜ ਰੀਤੀ ਚਲਾਈ ਹੈ ਗਰੀਬ ਨਿਵਾਜ ਜੀ ਨੇ। ਵੇਖੋ ਸਤਿਗੁਰੂ ਜੀ ਇਵੇਂ ਮੱਥਾ ਟੇਕ ਰਹੇ ਜਿਵੇਂ ਸਿੱਖ ਮੱਥਾ ਟੇਕਦੇ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਨਮਸਕਾਰ ਕੀਤੀ ਹੈ। ਜੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਰਬਾਰ ਸਾਹਿਬ ਦੇ ਅੰਦਰ ਨਮਸਕਾਰ ਕਰਦੇ ਹੈ ਤਾਂ ਫਿਰ ਸਿੱਖਾਂ ਨੂੰ ਕਿੰਨਾ ਜ਼ਰੂਰੀ ਹੈ। ਸਰਦਲ ਦੇ ਉੱਤੇ ਮਹਾਰਾਜ ਦਾ ਮਸਤਕ ਲੱਗਦਾ ਹੈ ਤੇ ਇਹ ਅਸਥਾਨ ਐਸਾ ਹੈ ਜਿੱਥੇ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹੀ ਤਖਤ ਤੇ ਬਿਰਾਜਮਾਨ ਹੁੰਦੇ ਹੈ। ਤੋ ਸੱਚੇ ਪਾਤਸ਼ਾਹ ਮਹਾਰਾਜ ਨੇ ਬਹੁਤ ਭਾਵ ਧਾਰ ਕੇ ਨਮਸਕਾਰ ਕੀਤੀ ਹੈ। ਸਦਾ ਕੀਰਤਨ ਕੀ ਧੁਨ ਜਹਾਂ। ਜਿੱਥੇ ਸਦਾ ਹੀ ਕੀਰਤਨ ਦੀਆਂ ਧੁਨਾਂ ਉੱਠਦੀਆਂ ਨੇ। ਸ੍ਰੀ ਹਰਮੰਦਰ ਸੁੰਦਰ ਮਹਾ। ਜਿੱਥੇ ਸ੍ਰੀ ਹਰਮੰਦਰ ਸਾਹਿਬ ਮਹਾਨ ਸੁੰਦਰ ਅਸਥਾਨ ਹੈ। ਕਰੀ ਪਰਕਰਮਾ ਪਿਤਾ ਨਿਹਾਰੇ। ਜਦੋਂ ਸਤਿਗੁਰਾਂ ਜੀ ਨੇ ਪਰਕਰਮਾ ਕੀਤੀ ਹੈ ਤੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦਾ ਦਰਸ਼ਨ ਹੋਇਆ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੂੰ ਆਪਣੇ ਪਿਤਾ ਜੀ ਦਾ ਮਹਾਰਾਜ ਨੇ ਦਰਸ਼ਨ ਕੀਤਾ। ਧਰਿਓ ਧਿਆਨ ਬੰਦਤ ਕਰ ਜੋਰੇ। ਦੋਵੇਂ ਹੱਥ ਜੋੜ ਲਏ ਪਿਤਾ ਜੀ ਦੇ ਦਰਸ਼ਨ ਕਰਕੇ ਤੇ ਧਿਆਨ ਮਹਾਰਾਜ ਜੀ ਨੇ ਕਰਨਾ ਕੀਤਾ। ਨਿਕਸੇ ਵਹਿਰ ਪੰਥ ਤਿਸ ਪਰੇ। ਮਹਾਰਾਜ ਨਮਸਕਾਰ ਕਰਕੇ ਬਾਹਰ ਆਏ ਤੇ ਸਤਿਗੁਰੂ ਜੀ ਲਾਹੌਰ ਦੇ ਪੰਥ ਰਸਤੇ ਤੇ ਤਿਸ ਸਮੇਂ ਤੁਰ ਪਏ। ਲਵਪੁਰ ਦਿਸ਼ ਸਨਮੁਖ ਮੁਖ ਕਰੇ। ਲਾਹੌਰ ਦੀ ਦਿਸ਼ਾ ਵੱਲ ਨੂੰ ਸਨਮੁਖ ਮੁਖ ਕਰਕੇ ਮਹਾਰਾਜ ਜੀ ਚੱਲ ਪਏ ਐ। ਸਿੱਖ ਸਕਲ ਜੁਤ ਹਰ ਗੋਬਿੰਦ। ਸਾਰੇ ਜਿੰਨੇ ਸਿੱਖ ਨੇ ਮਹਾਰਾਜ ਜੀ ਦੇ ਸੇਵਾਦਾਰ ਅੰਮ੍ਰਿਤਸਰ ਸਾਹਿਬ ਦੇ ਨਿਵਾਸੀ ਸਿੱਖ
ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਹਿਤ ਵਿਦਾ ਹੇਤ ਗਮਨੇ ਨਰ ਬ੍ਰਿੰਦ। ਮਹਾਰਾਜ ਜੀ ਨੂੰ ਵਿਦਾ ਕਰਨ ਲਈ ਬਹੁਤ ਸਾਰੀਆਂ ਸਿੱਖ ਸੰਗਤਾਂ ਤੇ ਸਮੇਂ ਚੱਲ ਪਈਆਂ। ਕਿਤਕ ਦੂਰ ਜਬ ਪਹੁੰਚੇ ਜਾਈ। ਕਿੰਨੇ ਕੁ ਦੂਰ ਜਦੋਂ ਅੰਮ੍ਰਿਤਸਰ ਸਾਹਿਬ ਤੋਂ ਨਿਕਲ ਕੇ ਪਹੁੰਚੇ ਜਾ ਕੇ ਮਹਾਰਾਜ ਖਰੇ ਭਏ ਸਤਿਗੁਰ ਸੁਖਦਾਈ। ਸੁੱਖਾਂ ਦੇ ਦੇਣ ਵਾਲੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਉਸ ਸਮੇਂ ਖੜੇ ਹੋ ਗਏ। ਮਹਾਰਾਜ ਜੀ ਨੇ ਪਾਲਕੀ ਰੁਕਵਾ ਦਿੱਤੀ ਹੈ। ਸਭ ਸੋ ਕਹਿ ਨੀਕੇ ਉਪਦੇਸ਼। ਸਾਰਿਆਂ ਦੇ ਤਾਈਂ ਫਿਰ ਮਹਾਰਾਜ ਜੀ ਨੇ ਚੰਗੀ ਤਰ੍ਹਾਂ ਹਜੂਰ ਨੇ ਉਪਦੇਸ਼ ਕਹਿਣਾ ਕੀਤਾ। ਸਿਮਰੋ ਸਤਿਗੁਰ ਹਰਹੁ ਕਲੇਸ਼। ਮਹਾਰਾਜ ਜੀ ਕਹਿੰਦੇ ਆ ਸਤਿਗੁਰੂ ਜੀ ਦਾ ਦਿੱਤਾ ਹੋਇਆ ਨਾਮ ਗੁਰਸਿੱਖੋ ਸਿਮਰੋ ਸਦਾਈ, ਤੇ ਆਪਣੇ ਦੁੱਖਾਂ ਨੂੰ ਕਲੇਸ਼ਾਂ ਨੂੰ ਸਦਾ ਨਾਸ਼ ਕਰੋ ਨਾਮ ਦਾ ਜਾਪ ਕਰਕੇ। ਸਾਹਿਬ ਬੁੱਢਾ ਅਰ ਗੁਰਦਾਸ। ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਇਨ ਜੁਤ ਸ੍ਰੀ ਹਰਗੋਬਿੰਦ ਪਾਸ। ਇਹਨਾਂ ਦੇ ਸਹਿਤ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵੀ ਕੋਲ ਖੜੇ ਆ ਹਜੂਰ ਦੇ। ਰਹੋ ਸਦਾ ਧਰ ਗੁਰਮਤਿ ਆਛੇ। ਮਹਾਰਾਜ ਜੀ ਨੇ ਆਗਿਆ ਕੀਤੀ ਹੈ ਕਿ ਸਦਾ ਗੁਰੂ ਕੀ ਮੱਤ ਨੂੰ ਚੰਗੀ ਤਰ੍ਹਾਂ ਧਾਰਨ ਕਰਕੇ ਰੱਖਣਾ। ਨਿਤ ਪ੍ਰਸੰਨ ਰਾਖੋ ਹਮ ਪਾਛੇ। ਨਿਤਾ ਪ੍ਰਤੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਕਹਿੰਦੇ ਆ ਗੁਰੂ ਅਰਜਨ ਸਾਹਿਬ ਜੀ ਕਿ ਸਾਡੇ ਤੋਂ ਪਿੱਛੋਂ ਨਿਤਾ ਪ੍ਰਤੀ ਸਭ ਨੂੰ ਪ੍ਰਸੰਨ ਰੱਖਣਾ, ਸਭ ਦੀ ਕਲਿਆਣ ਕਰਨੀ ਤੁਹਾਡੀ ਜ਼ਿੰਮੇਵਾਰੀ ਹੈ। ਇਹੋ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਵੀ ਆਗਿਆ ਕੀਤੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀ ਗੁਰਮਤਿ ਨੂੰ ਸਦਾ ਹੀ ਗ੍ਰਹਿਣ ਕਰਕੇ ਰੱਖਣਾ, ਸਦਾ ਹੀ ਗੁਰਸਿੱਖਾਂ ਵਿੱਚ ਵਰਤਾਰਾ ਵਰਤਾਉਣਾ। ਕਿਨਹੂ ਆਗਿਆ ਭੰਗ ਨਾ ਕਰਨੀ। ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿਸੇ ਨੇ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਗਿਆ ਨੂੰ ਭੰਗ ਨਹੀਂ ਕਰਨਾ, ਇਹਨਾਂ ਦੀ ਆਗਿਆ ਨਹੀਂ ਮੋੜਨੀ। ਨਿਜ ਮਤ ਕੀਜੇ ਹੈ ਇਨ ਅਨੁਸਾਰ ਇਨ ਅਨਸਰਨੀ। ਤੇ ਇਹ ਆਪਣੀ ਜਿਹੜੀ ਮੱਤ ਹੈ ਇਹਨਾਂ ਦੇ ਅਨੁਸਾਰੀ ਬਣਾਉਣੀ, ਇਹਨਾਂ ਦੇ ਆਗਿਆ ਦੇ ਵਿੱਚ ਚੱਲਣਾ, ਇਹਨਾਂ ਦੇ ਅਨੁਸਾਰੀ ਹੋ ਕਰਕੇ ਚੱਲਣਾ। ਹਰਗੋਬਿੰਦ ਕੋ ਪੁਨਹ ਸੁਨਾਈ। ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਸਤਿਗੁਰਾਂ ਜੀ ਨੇ ਸੁਣਾਉਣਾ ਕੀਤਾ। ਅਦਬ ਰੱਖੋ ਨਿਤ ਬੁੱਢਾ ਭਾਈ। ਮਹਾਰਾਜ ਜੀ ਕੀ ਕਹਿੰਦੇ ਆ? ਗੁਰੂ ਅਰਜਨ ਸਾਹਿਬ ਕਹਿੰਦੇ ਅਦਬ ਰੱਖੋ ਨਿਤ ਬੁੱਢਾ ਭਾਈ। ਮਹਾਰਾਜ ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਸੰਬੋਧਨ ਹੋ ਕੇ ਕਿ ਬਾਬਾ ਬੁੱਢਾ ਸਾਹਿਬ ਦਾ ਸਦਾ ਅਦਬ ਰੱਖਣਾ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਤੋਂ ਵਰਸੋਏ ਹੋਏ ਸਿੱਖ ਨੇ ਬਾਬਾ ਬੁੱਢਾ ਸਾਹਿਬ ਜੀ। ਮਹਾਰਾਜ ਜੀ ਨੇ ਜਿੱਥੇ ਸਭ ਨੂੰ ਆਗਿਆ ਕੀਤੀ ਕਿ ਗੁਰੂ ਹਰਗੋਬਿੰਦ ਸਾਹਿਬ ਦੀ ਆਗਿਆ ਦਾ ਪਾਲਣ ਕਰਨਾ, ਗੁਰਮਤਿ ਧਾਰਨ ਕਰਨੀ, ਇਹ ਸੱਚੇ ਪਾਤਸ਼ਾਹ ਜੀ ਨੇ ਸਿੱਖਿਆ ਸਿਖਾਈ। ਤੇ ਨਾਲ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਹਾਰਾਜ ਕਹਿੰਦੇ ਐ ਕਿ ਅਦਬ ਰਾਖੋ ਨਿਤ ਬੁੱਢਾ ਭਾਈ। ਸਦਾ ਹੀ ਬਾਬਾ ਬੁੱਢਾ ਸਾਹਿਬ ਦਾ ਅਦਬ ਰੱਖਣਾ, ਇਹਨਾਂ ਦਾ ਸਤਿਕਾਰ ਰੱਖਣਾ। ਜਿਮ ਆਗਿਆ ਦੇ ਤੈਸੇ ਰਹਿਣਾ। ਜਿਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਆਗਿਆ ਦੇਣ ਤਿਸ ਤਰ੍ਹਾਂ ਹੀ ਸਦਾ ਰਹਿਣਾ ਕਰਿਓ। ਨਹਿ ਇਨਕੇ ਸਨਮੁਖ ਕਬ ਕਹਿਣਾ। ਇਹਨਾਂ ਦੇ ਸਨਮੁਖ ਸਾਹਮਣੇ ਕਦੇ ਵੀ ਬੋਲ ਨਹੀਂ ਕੋਈ ਕਹਿਣਾ। ਜੋ ਬਾਬਾ ਬੁੱਢਾ ਸਾਹਿਬ ਕਹਿਣ ਇਹਨਾਂ ਦੀ ਰਜਾ ਵਿੱਚ ਚੱਲਣਾ। ਇਹ ਸਤਿਗੁਰੂ ਜੀ ਦੇ ਘਰ ਦੀ ਵੱਡੀ ਵਡਿਆਈ। ਗਰੀਬ ਨਵਾਜ ਗੁਰਤਾ ਦਿੱਤੀ ਹੈ, ਗੁਰਿਆਈ ਤਖਤ ਬਖਸ਼ਿਆ ਏ। ਸਾਰੀ ਸੰਗਤ ਵਿੱਚ ਕਿਹਾ ਕਿ ਸਾਡਾ ਰੂਪ ਜਾਣ ਕੇ ਇਹਨਾਂ ਨੂੰ ਸਦਾ ਸਤਿਕਾਰ ਕਰਨਾ, ਮੱਥਾ ਟੇਕਣਾ। ਇਹ ਗੁਰੂ ਨਾਨਕ ਸਾਹਿਬ ਜੀ ਦੇ 6ਵੇਂ ਸਰੂਪ ਹਨ। ਇਹ ਮਹਾਰਾਜ ਆਗਿਆ ਕੀਤੀ, ਪਰ ਕਿੱਡੀ ਅਦੁੱਤੀ ਵਡਿਆਈ ਹੈ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ। ਆਖਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿ ਬਾਬਾ ਬੁੱਢਾ ਸਾਹਿਬ ਜੀ ਦੀ ਆਗਿਆ ਵਿੱਚ ਸਦਾ ਚੱਲਣਾ। ਇਹਨਾਂ ਦੇ ਸਨਮੁਖ ਨਾ ਕਦੇ ਕੋਈ ਬੋਲ ਕਹਿਣਾ। ਜੋ ਕਹਿਣ ਇਹਨਾਂ ਦੀ ਰਜਾ ਨੂੰ ਚੰਗਾ ਕਰਕੇ ਮੰਨਣਾ। ਦੋਹਰਾ ਸੁਨ ਸ੍ਰੀ ਅਰਜਨ ਕੇ ਬਚਨ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਬਚਨ ਸੁਣ ਕਰਕੇ ਬੁੱਢਾ ਆਦ ਜੇ ਦਾਸ। ਬਾਬਾ ਬੁੱਢਾ ਸਾਹਿਬ ਜੀ ਆਦਿਕ ਭਾਈ ਗੁਰਦਾਸ ਜੀ ਜੋ ਸਿੱਖ ਹਨ ਕੋਲ ਖਲੋਤੇ। ਯੁੱਤ ਸ੍ਰੀ ਹਰਗੋਬਿੰਦ ਕੇ ਬੰਦ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਹਿਤ ਦੋਵੇਂ ਹੱਥ ਜੋੜੇ ਆ ਸਭ ਸਿੱਖਾਂ ਨੇ। ਚਰਨ ਸੁਖ ਰਾਸ। ਸੁੱਖਾਂ ਦੀ ਰਾਸ ਧੰਨ ਗੁਰੂ ਅਰਜਨ ਸਾਹਿਬ ਦੇ ਚਰਨਾਂ ਤੇ ਬੰਦਨਾ ਕਰਦੇ ਆ, ਨਮਸਕਾਰ ਕਰਦੇ ਐ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਆਖਰੀ ਸਿੱਖਿਆ ਦੇ ਬੋਲ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿ ਰਹੇ ਐ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਥੋਂ ਹੁਣ ਸਭ ਨੂੰ ਮਹਾਰਾਜ ਜੀ ਨੇ ਵਿਦਿਆ ਕਰ ਦੇਣਾ ਹੈ। ਸਾਰੇ ਸਿੱਖਾਂ ਨੇ ਭਾਈ ਗੁਰਦਾਸ ਸਾਹਿਬ, ਬਾਬਾ ਬੁੱਢਾ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਭ ਦੇ ਹੱਥ ਜੁੜੇ ਹੋਏ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਅੱਗੇ ਸੱਚੇ ਪਾਤਸ਼ਾਹ ਮਹਾਰਾਜ ਨੇ
ਇਹ ਸਿੱਖਿਆ ਸਿਖਾਈਆਂ ਨੇ। ਜਦੋਂ ਮਹਾਰਾਜ ਜੀ ਲਾਹੌਰ ਨੂੰ ਹੁਣ ਤੁਰਨ ਲੱਗੇ ਹੈ, ਬਾਹਰ ਦੂਰ ਤੱਕ ਸਭ ਵਿਦਿਆ ਕਰਨ ਆਏ ਮਹਾਰਾਜ ਜੀ ਨੂੰ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਪ੍ਰੇਮ ਦੀ ਇੱਕ ਅਦੁੱਤੀ ਖੇਡ ਹੈ, ਸਾਰਾ ਕੁਝ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਖਸ਼ਿਆ ਹੈ। ਮਹਾਰਾਜ ਜੀ ਨੇ ਆਪਣੀ ਜੋਤ ਧਰ ਦਿੱਤੀ ਹੈ, ਗੁਰਿਆਈ ਦਿੱਤੀ ਹੈ, ਤੇ ਬਾਬਾ ਬੁੱਢਾ ਸਾਹਿਬ ਜੀ ਦਾ ਅਦਬ ਕਿੱਡਾ ਵੱਡਾ ਮਹਾਰਾਜ ਜੀ ਨੇ ਸਿਖਾਇਆ ਹੈ। ਇਹ ਪ੍ਰੇਮ ਦਾ ਬੰਧਨ ਹੈ ਗੁਰੂ ਨਾਨਕ ਸਾਹਿਬ ਦੇ ਘਰ ਦੇ ਅੰਦਰ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਦਾ ਕਿੱਡਾ ਵੱਡਾ ਸਤਿਕਾਰ ਮਹਾਰਾਜ ਕਰਦੇ ਰਹੇ, ਇਹ ਸਾਡਾ ਇਤਿਹਾਸ ਬਿਆਨ ਕਰਦਾ ਹੈ। ਬਾਬਾ ਬੁੱਢਾ ਸਾਹਿਬ ਜੀ ਨੇ ਕਦੇ ਮਾਣ ਨਹੀਂ ਕੀਤਾ ਕਿ ਸਾਡੇ ਬਚਨਾਂ ਕਰਕੇ ਗੁਰੂ ਹਰਗੋਬਿੰਦ ਸਾਹਿਬ ਦਾ ਅਵਤਾਰ ਹੋਇਆ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰੂ ਨਾਨਕ ਸਾਹਿਬ ਦਾ ਸਰੂਪ ਜਾਣ ਕੇ ਸਦਾ ਨਮਸਕਾਰ ਕਰਦੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਬਾ ਬੁੱਢਾ ਸਾਹਿਬ ਦਰਬਾਰ 'ਚ ਆਉਂਦੇ ਤੇ ਸਤਿਗੁਰੂ ਜੀ ਤਖਤ ਛੱਡ ਕੇ ਖਲੋ ਜਾਇਆ ਕਰਦੇ। ਐਡਾ ਵੱਡਾ ਬਾਬਾ ਬੁੱਢਾ ਸਾਹਿਬ ਦਾ ਮਾਣ ਤੇ ਸਤਿਕਾਰ ਕਰਦੇ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਇਹ ਸਿੱਖਿਆ ਸਿਖਾਈ। ਹਜੂਰ ਜਿਵੇਂ ਹੁਣ ਲਾਹੌਰ ਨੂੰ ਚਾਲਾ ਮਾਰਦੇ ਐ, ਸਭ ਨੂੰ ਵਧਾਇਗੀ ਦੇ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਜਿੱਦਾਂ ਪਛਾਣ ਨੂੰ ਸਭ ਨੂੰ ਹਟਣ ਲਈ ਕਹਿਣਗੇ, ਆਪ ਸਤਿਗੁਰੂ ਜੀ ਜਿਵੇਂ ਲਾਹੌਰ ਨੂੰ ਤੁਰਦੇ ਐ, ਜਿਵੇਂ ਲਾਹੌਰ ਪਹੁੰਚਦੇ ਐ, ਉੱਥੇ ਕੀ ਵਰਤਾਰਾ ਵਰਤਦਾ ਹੈ, ਕਿਵੇਂ ਜਹਾਂਗੀਰ ਨਾਲ ਮਹਾਰਾਜ ਦੀ ਮੁਲਾਕਾਤ ਹੁੰਦੀ ਹੈ, ਉਹ ਇਤਿਹਾਸ ਅਗਲੇ ਦਿਨਾਂ ਵਿੱਚ ਆਪਾਂ ਲੜੀਵਾਰ ਸਰਵਣ ਕਰਾਂਗੇ। ਸਮਾਂ ਸਮਾਪਤ ਹੈ, ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਸੁਨ ਸ੍ਰੀ ਅਰਜਨ ਕੇ ਬਚਨ, ਬੁੱਢਾ ਆਦ ਜੇ ਦਾਸ। ਯੁਤ ਸ੍ਰੀ ਹਰਗੋਬਿੰਦ ਕੇ ਬੰਦ ਚਰਨ ਸੁਖ ਰਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म अविनाशी अगनास। हे पूरन हे सर्ब में दुख भंजन गुणतास। हे संगी हे निरंकार, हे निर्गुण सब टेक। हे गोबिंद हे गुण निधान, जाकै सदा विवेक। हे अपरंपर हर हरे, हह पी होवन हार। हे संत कै सदा संग, निधारा आधार। हे ठाकुर हूँ दासरो, मैं निर्गुण गुण नहीं कोय। नानक दीजै नाम दान, राखो हियै परोय। आए प्रभ शरणागति, कृपा निध दयाल। एक अखर हर मन बस्त, नानक होत निहाल। वाहिगुरु नाम जहाज है, चढ़े सो उतरे पार। जो शरधा कर सेमंदे, गुर पार उतारन हार। कथा निता प्रत होत है, सुनो सो सिंह सो जान। नानक गुरु गोबिंद सिंह जी, सदा करै कल्याण। नानक गुरु गोबिंद सिंह जी, सदा करै कल्याण। वाहिगुरु जी का खालसा, वाहिगुरु जी की फतेह।